कादियानी ही है। मुफ्ती साहब आ गए हैं, जी तशरीफ ले आए हैं। अगर कार्ड देंगे तो मैं ज़रूर ऊपर लूँगा जी इंशाअल्लाह। तो माजरत मैं जनाब शादी पे हूँ, तो माजरत अगर मेरी थोड़ी सी भी कोताही हो तो हजूर माफ़ी। मुफ्ती साहब तशरीफ लाए हैं। जी हजूर अस्सलाम वालेकुम वरहमतुल्लाहि वबरकातुहू। वालेकुम रहमतुल्लाह उस्ताद मोहतरम क्या। वालेकुम अस्सलाम रहमतुल्लाह। हाँ जी की मौजू छिड़े है? जी हजूर मैं बयान कर देना। हजूर मैं ना शादी ते आया, तो मैं गुजारिश है कि मैं ना ब्रॉड ते खैर कर ही नहीं सरिया। तो फिर अज थोड़ा जिहा ना मैं फारग होकर फ्री होकर मैं ना स्क्रॉल किया, तो स्क्रॉल करद्या ਉਹੀ बस जितों तुसां मना फरमाया सी कि छड्डो परां दफ़ा मारो सू, असी दफ़ा मारिया सी, बराडा लगाणियां बंद कर दित्तियां। हुण फिर बदबख्ती कर रहा है और पीरमन अली शाह अलैहि रहमत के बारे च बकवास कर रहा है, और हज़रत इमाम अहमद रज़ा खान साहब रहमतुल्लाह तआला अलैह दे बारे च बकवास कर रहा है, कुत्ते जैसी जुबान खोल रहा। हजूर नहीं जे बर्दाश्त होंदी, की करिए? हजूर तुसीं सानूं मशवरा दिओ, असीं की करिए? जे ਉਹਦੀ ਵਾਸਤੇ ਕੋਈ ਆਡੀਓ ਵੀਡੀਓ ਪਾਉਂਦੇ ਆ पहले दिता है ਹਜ਼ੂਰ ਅਗਰ ਕੋਈ ਇਹਦੇ ਖਿਲਾਫ ਕੋਈ ਵੀਡੀਓ ਪਾਉਂਦੇ ਆ, ਟਿਕਟੌਕ ਉਥੋਂ ਉਹਨੂੰ ਬਲੌਕ ਕਰ ਦਿੰਦੀ ਹੈ। ਮੈਂ ਵੀਡੀਓ ਪਾ ਕੇ ਆਪਣੇ ਚੈਨਲ ਤੇ ਅਪਲੋਡ ਕਰਤੀ ਹੈ। ਤੇ ਹਜ਼ੂਰ ਕੀ ਕਰੀਏ? ਯਕੀਨ ਕਰੋ, ਨਹੀਂ ਖੂਨ ਦੇ ਆਂਸੂ ਰੋਂਦਾ ਦਿਲ ਕਿ ਇਹ ਉਹ ਬੰਦਾ ਏ, ਇਹ ਉਹ ਸ਼ਖਸੀਅਤ ਏ ਜਿਹੜਾ ਸੈयद ਮੁਬਸ਼ਰ ਰਜ਼ਾ ਕਾਦਰੀ ਦਾਮਦ ਬਰਕਾਤੁਹੁ ਆਲੀਆ ਦੇ ਕੋਲ ਵੀ ਆਇਆ और शाहिद कोल भी आया। सैयद साहब ने, मुफ्ती साहब ने सानू फरमा दिता कि यार सैयद ने एहतराम लाजमी है, असी एहतराम करते रहे हैं। तो हजूर जदों आप बाबा जी कहते होंगे साडा किहड़े दिन किया सैयद ने? जी हजूर नहीं नहीं तुसा नहीं किया, ਉਹਦੇ नाम ਦੇ ਨਾਲ लगदा सी सैयद। ਤੇ ਅਸੀਂ ਕਿਹਾ ਕਿ ਬਾਬਾ ਜੀ ਦਾ ਇੱਕ ਲਫ਼ਜ਼ ਯਾਦ ਆ ਗਿਆ ਕਿ ਦੁਰ ਦੁਰ ਕੁੱਤਿਓ ਆਪਣਿਆਂ ਨੂੰ ਹੀ ਪੈ ਗਏ ਹੋ। ਇਹ ਦੁਰ ਦੁਰ ਕੁੱਤੇ ਆਪਣਿਆਂ ਨੂੰ ਪੈ ਗਏ ਨੇ ਹਜ਼ੂਰ। ਤੇ ਫਿਰ ਇਹਦਾ ਮਤਲਬ ਪਿੱਛੇ ਪਰਦਾ ਹੈ ਕਾਦੀਆਨੀ ਹੈ, ਕਿਉਂਕਿ ਉਹ ਕਹਿੰਦਾ ਕਿ ਕਾਦੀਆਨੀ ਮੁਸਲਮਾਨ ਹੋ ਚੁੱਕੇ ਸਨ। ਝੂਠ ਤੇ ਝੂਠ ਲੋਕਾਂ ਨੂੰ ਗੁੰਮਰਾਹ ਕਰਨ ਡਿਆ ਨਾ ਹਜ਼ੂਰ। ਫਿਰ ਕਿਵੇਂ ਬਰਦਾਸ਼ਤ ਕਰੀਏ ਹਜ਼ੂਰ? ਮੇਰੀ ਤਾਂ ਬਰਦਾਸ਼ਤ ਤੋਂ ਬਾਹਰ ਹੈ। ਕੀ ਹੱਲ ਕੱਢਿਆ ਜੇ? ਫਿਰ ਕੀ ਸੋਚਿਆ ਜੇ? ਹਜ਼ੂਰ ਇਹੋ ਹੀ ਹੱਲ ਕੱਢਿਆ ਜੇ, ਮੈਂ ਤਾਂ ਜ਼ਾਤੀ ਤੌਰ ਤੇ ਜੋ ਕੱਢਿਆ ਇਹੋ ਹੀ ਹੈ। ਫਿਰ ਅਸੀਂ ਬਰਾਡਿਆਂ ਦੇ ਖਿਲਾਫ ਲਾਉਂਦੇ, ਇਹਨਾਂ ਨੂੰ ਹਰ ਪਾਸਿਓਂ ਘੇਰਾ ਪਾਉਂਦੇ ਹਾਂ, ਹਰ ਪਾਸੇ ਇਹਨਾਂ ਨੂੰ ਲਾਹਨਤਾਂ ਪਾਉਂਦੇ ਹਾਂ ਬਗੈਰਤਾਂ ਨੂੰ, ਤੇ ਇਹ ਬਰਾਡਾ ਪਿੱਛੇ ਬੰਦ ਕਰ ਗਿਆ। ਬਰਾਡਾ ਲਾਓਗੇ ਤੇ ਕੀ ਹੋਏਗਾ? ਹਜ਼ੂਰ ਬਰਾਡਾ ਬੰਦ ਕਰਕੇ ਨੱਸ ਗਿਆ ਸਾਜੇ। ਜਦੋਂ ਅਸੀਂ ਬਰਾਡਾ ਲਾਣੀ ਸ਼ੁਰੂ ਕੀਤੀਆਂ ਤੁਸੀਂ ਮਨਾ ਫਰਮਾਇਆ ਉਹਨੇ ਨਹੀਂ ਨੱਸਣਾ, ਉਹਨੇ ਨਹੀਂ ਨੱਸਣਾ। ਫਿਰ ਤੁਸੀਂ ਹੁਕਮ ਕਰਦੇ ਹੋ ਹਜ਼ੂਰ, ਕੀ ਕਰੀਏ? ਮਤਲਬ ਦੱਸੋ ਤੇ ਸਹੀ ਨਾ, ਮੈਂ ਥੱਲੇ ਫੋਰ ਯੂ ਤੇ ਬਹਿ ਕੇ ਸੁਣ ਰਿਹਾ ਸਾਂ। ਬਰਾਡਾ ਬੰਦ ਕਰੋ, ਲਾਓਗੇ ਕੀ ਹੋਏਗਾ? ਕੀ ਹਜ਼ੂਰ ਅਸੀਂ ਉੱਥੇ ਮੈਸੇਜ ਕੀਤਾ, ਮੈਂ ਮੈਸੇਜ ਕੀਤਾ, ਮੈਂ ਕਿਹਾ ਤੂੰ ਇੰਜ ਕੰਮ ਕਰ, ਕਿਸੇ ਮੁਫਤੀਆਂ ਨੇ ਕਰਾਮ ਦੇ ਨਾਲ ਬੈਠ ਜਾ, ਠੀਕ ਹੈ, ਆਪਣੇ ਖਲਸ਼ ਦੂਰ ਕਰ ਲੈ, ਹੋ ਸਕਦਾ ਹੈ ਤੈਨੂੰ ਕੋਈ ਸਮਝਾ ਦੇਵੇ। ਉਹ ਨਹੀਂ ਮੰਨਦਾ, ਕੋਲ ਬੈਠ, ਉਹ ਇਸ ਪਲੇਟਫਾਰਮ ਤੇ ਨਹੀਂ ਆ ਰਿਹਾ। ਚਲੋ ਦੂਸਰੇ ਦੋਸਤ ਕੋਈ ਹੱਲ ਹਜ਼ੂਰ, ਦੂਸਰੇ ਦੋਸਤ रहमतुल्लाहि व बरकातुहू। हाँ मलक भाई पे बैठे। मुफ्ती साहब क्या हाल चाल है? ठीक ठाक? उससे तबीयत? मुफ्ती साहब मेरा नाकिस मशवरा है ही ये कि एक पोस्टर बनाया जाए ਤੁਹਾਡੀ ਤਰਫੋਂ। मैं एक नाकिस मशवरा दे रही ਹਾਂ, मेरी रहनुमाई ਤੁਸੀਂ ਕਰ ਦਿਓ। ਇੱਕ ਪੋਸਟਰ ਬਣਾਇਆ ਜਾਏ ਤੁਹਾਡੀ ਤਰਫੋਂ, ਔਰ ਉਹ ਪੋਸਟਰ ਜਿਹੜਾ ਹੈ ਨਾ, तमाम ਜਿਹੜੇ ਅਸੀਂ ਖਤਮੇ ਨਬੂਵਤ ਦੇ ਉੱਤੇ ਕੰਮ ਕਰ ਰਹੇ ਹਾਂ ਮੁਸਲਮਾਨ ਜਿਹੜੇ ਅਸੀਂ ਦੋਸਤ ਹਾਂ, ਉਹ तमाम ਉਸ ਪੋਸਟਰ ਨੂੰ, ਯਾਨੀ ਕਿ ਪੋਸਟਰ ਔਰ ਇੱਕ ਵੀਡੀਓ ਨਾਲ ਟਾਈਮ ਦਿੱਤਾ ਜਾਏ, ਔਰ ਨਾਲ ਬਕਾਇਦਾ ਤੌਰ ਦੇ ਉੱਤੇ ਦੱਸਿਆ ਜਾਏ ਕਿ ਭਾਈ ਇਸ ਮੌਜੂ ਦੇ ਉੱਤੇ ਅਸੀਂ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਹਾਂ, ਅਗਰ ਤੂੰ ਨਸੇਗਾ ਤੇ ਫਿਰ ਤੂੰ ਝੂਠਾ ਵੇਂ, ਅਗਰ ਤੇਰੇ ਕੋਲ ਦਲਾਇਲ ਹੈ ਨੇ ਤੇ ਸਾਹਮਣੇ ਆ। ਉਹ तमाम ਮੁਸਲਮਾਨ ਉਸ ਪੋਸਟਰ ਨੂੰ ਇੱਕ ਦਫਾ ਲਗਾਉਣ, ਤੁਹਾਡੀ ਉਸ ਵੀਡੀਓ ਨੂੰ ਲਗਾਉਣ ਆਪਣੀ ਆਈਡੀਜ਼ ਦੇ ਉੱਤੇ, ਔਰ ਅਗਰ ਉਹ ਬੰਦਾ ਨਹੀਂ ਆਉਂਦਾ ਫਿਰ ਇੱਕ ਵਾਰੀ ਸਿਰਫ ਉਸ ਬੰਦੇ ਦੇ ਉੱਤੇ ਲਾਈਵ ਲਗਾਈ ਜੇ, ਸਿਰਫ ਇੱਕ ਵਾਰੀ, ਔਰ ਲਾਈਵ ਲਗਾ ਕੇ ਉਸ ਨੂੰ ਫਿਰ ਖੁੱਲ੍ਹਾ ਛੱਡ ਦਿੱਤਾ ਜਾਏ, ਠੀਕ ਹੈ। ਅਗਰ ਉਹ ਨਹੀਂ ਆਉਂਦਾ ਔਰ ਅਗਰ ਆ ਜਾਂਦਾ ਤਾਂ ਫਿਰ ਤਾਂ ਮਾਸ਼ਾਅੱਲਾ, ਫਿਰ ਸਾਨੂੰ ਵੀ ਪਤਾ ਕੀ ਹੋਣਾ ਉਹਦੇ ਨਾਲ ਨਾ, ਠੀਕ ਹੈ। ਤੇ 1 to 1 ਬੰਦੇ ਦੀ ਗੱਲ ਹੋਵੇਗੀ ਤੁਹਾਡੀ ਤੇ ਉਹਦੀ, ਤਾਂ ਗੱਲ ਮੁੱਕ ਜਾਏਗੀ।
ਔਰ ਜਿਹੋ ਜੀ ਉਹ ਹਰਕਤਾਂ ਵੀ ਕਰਦਾ ਹੈ ਨਾ, ਉਹ ਸਿਰਫ ਔਰ ਸਿਰਫ ਮੁਫਤੀ ਸਾਹਿਬ ਉਹ ਫੈਨ ਫਾਲੋਇੰਗ ਔਰ ਵਿਊਵਰਸ਼ਿਪ ਦੀ ਖਾਤਰ ਉਹ ਸਾਰੇ ਮਾਮਲਾਤ ਕਰ ਰਿਹਾ। ਮੇਰਾ ਨਾਕਿਸ ਮਸ਼ਵਰਾ ਹੈ ਵੇ ਕਿ ਸੁਣ ਕੇ ਤਾਂ ਦਿਲ ਜਿਹੜਾ ਹੈ ਨਾ ਉਹ ਦੁੱਖ ਦਾ ਤੇ ਹੈ ਵੇ, ਪਰ ਇਹ ਵੇ ਕਿ ਇਹਦੇ ਵਿੱਚ ਇਹ ਹੋ ਜਾਏਗਾ ਕਿ तमाम ਮੁਸਲਮਾਨਾਂ ਨੂੰ ਇਸ ਚੀਜ਼ ਦਾ ਪਤਾ ਚੱਲ ਜਾਏਗਾ ਔਰ ਇਹ ਪੈਗਾਮ ਵੀ ਚਲੇ ਜਾਏਗਾ। ਫਿਰ ਉਸ ਤੋਂ ਬਾਅਦ ਉਸ ਵੀਡੀਓ ਦੇ ਵਿੱਚ ਇਹ ਵੀ ਹੋਵੇ ਕਿ ਉਸ ਬੰਦੇ ਦਾ ਬਾਈਕਾਟ ਕਰ ਦਿੱਤਾ ਜਾਏ, ਕੋਈ ਜਾਵੇ ਹੀ ਨਾ ਉਹਦੇ ਕੋ। ਇੰਨੀ ਕੁ ਮੇਰੀ ਇੱਕ ਨਾਕਿਸ ਮਸ਼ਵਰਾ ਹੈ, ਅੱਗੋਂ ਤੁਸੀਂ ਫਰਮਾ ਦਿਓ। ਹਬੀਬ ਸਾਹਿਬ ਇੱਥੇ ਹੀ ਹੋ ਜੇ ਬਰਾੜ ਤੇ ਹੀ ਹੋ ਨਾ? ਜੀ ਹਜ਼ੂਰ, ਮੈਂ ਇੱਥੇ ਹੀ ਹਾਂ। ਮੈਂ ਬਰਾੜ ਚੋਂ ਵਾਪਸ ਚੱਲਾਂ ਵਾਂ, ਬਰਾੜ ਜਾਰੀ ਰੱਖਿਆ ਜੇ। ਜੀ ਹਜ਼ੂਰ। ਮੈਂ ਇੱਕ ਵੀਡੀਓ ਐਸੇ ਆਪਣੀ ਆਈਡੀ ਤੇ ਲਾਂਚ ਕਰਕੇ 1 ਮਿੰਟ ਦੀ ਆਡੀਓ ਹੋਏਗੀ ਜੀ, ਉਹ ਹੁਣੇ ਹੀ ਆ ਰਿਹਾ, ਮੈਂ ਵਾਪਸ ਆ ਰਿਹਾ। ਠੀਕ ਹੈ ਹਜ਼ੂਰ, ਠੀਕ ਹੈ ਹਜ਼ੂਰ, ਮੈਂ ਆ ਰਿਹਾ ਜੀ ਹਜ਼ੂਰ, ਠੀਕ। जी ज़बरदस्त माशाल्लाह, मलिक साहब ने बहुत अच्छा मशवरा दिता है, ये ते मैं भी एग्री हाँ। ये बहुत अच्छा मशवरा आया है, ये ते अमल हो जाए ते मैं ना क्या ही बात है, जबरदस्त हो गया। बड़ी ਮਿਲਣ ਯਾਰ ਸਾਰੇ ਦੋਸਤ ਅਹਿਬਾਬ ਮੇਰੇ ਤੇ ਸਾਥੀ ਜਿਹੜੇ ਨੇ ਜਿਤਨੇ ਵੀ ਸਾਡੇ ਦੋਸਤ ਅਹਿਬਾਬ ਨੇ, ਦੇਖੋ ਨਾ ਅਸੀਂ ਉੱਤੇ ਨਹੀਂ ਜਾਂਦੇ, ਕਾਲ ਤੇ ਨਹੀਂ ਜਾਂਦੇ, ਸਾਨੂੰ ਮੁਫਤੀ ਸਾਹਿਬ ਨੇ ਮਨਾ ਕੀਤਾ ਹੈ ਕਿ ਅਸੀਂ ਨਹੀਂ ਜਾਣਾ। ਮਗਰ ਥੱਲੋਂ ਜਦੋਂ ਅਸੀਂ ਸਕਰੋਲ ਕਰਦੇ ਜਾਂਦੇ ਆ, ਯਕੀਨ ਕਰੋ ਜਦੋਂ ਅਰਦਾਸ ਰਾਈ ਸੁਣਨੇ ਆ, ਗੁਸਤਾਖੀ ਸੁਣਨੇ ਆ, ਤੇ ਸਾਡਾ ਦਿਲ ਫਟ ਜਾਂਦਾ ਹੈ ਕਿ ਯਾਰ ਇਹ ਉਹ ਬੰਦਾ ਹੈ, ਇਹ ਉਹ ਖਬੀਸ ਹੈ ਜਿਹੜਾ ਮੇਰਾ ਮਤਲਬ ਮੈਂ ਮੁਫਤੀ ਸਾਹਿਬ ਕੋਲ ਬੈਠਾ ਰਿਹਾ, ਉਹ ਸ਼ਾਹਿਦ ਕੋਲ ਵੀ ਬੈਠਾ ਰਿਹਾ, ਮੇਰੇ ਕੋਲ ਵੀ ਬੈਠਾ ਰਿਹਾ ਹੈ, ਤੇ ਹੁਣ ਇਹ ਬਕਵਾਸਾਤ ਆਪਣੇ ਭਤੀਜੇ ਦੀ ਵਜ੍ਹਾ ਤੋਂ ਕਰ ਰਿਹਾ ਜੀ। ਮੇਰੇ ਭਤੀਜੇ ਨੂੰ ਇੱਕ ਬਰਾੜ ਤੋਂ ਲਾਇਆ ਗਿਆ, ਉਹ ਤੇਰੇ ਭਤੀਜਾ ਵਲੀ ਅੱਲਾ, ਤੇਰਾ ਭਤੀਜਾ ਕੋਈ ਨੌਜ਼ ਬਿੱਲਾ ਮਿਨ ਜ਼ਾਲਿਕਾ ਇਸ ਤਰ੍ਹਾਂ ਦਾ ਕਿ ਤੈਨੂੰ ਉਹਦੇ ਤੇਰੇ ਭਤੀਜੇ ਨੂੰ ਲਾਇਆ ਗਿਆ। कौन कह रहा था भतीजे का भी? कौन? जी ਭਤੀਜਾ ਨਹੀਂ, ਕਜ਼ਨ ਕਜ਼ਨ। अच्छा अच्छा, कौन सा कदम कजन? कौन सा कजन? ਪਤਾ ਨਹੀਂ ਉਹ ਕੋਈ ਲਾਇਆ ਗਿਆ ਸੀ ਸ਼ਾਹਿਦ ਦੀ ਬਰਾੜ ਦੇ ਉੱਤੇ, ਇਹਦੇ ਕਜ਼ਨ ਨੂੰ ਨਾ। ਅਸਲਾਮ ਅਲੈਕੁਮ ਕਾਸ਼ਿਫ ਭਾਈ। ਤੇ ਉਹਦੇ ਕਜ਼ਨ ਨੂੰ ਲਾਇਆ ਗਿਆ ਸੀ। ਉਸ ਦਿਨ ਤੋਂ ਬਾਅਦ ਜਿਹੜਾ ਸੀ ਨਾ ਮਾਮਲਾ ਸ਼ੁਰੂ ਹੋਇਆ ਸੀ, ਜਿਹਦੇ ਉੱਤੇ ਸੈयद ਜ਼ਫਰੁल्लाह ਸ਼ਾਹ ਸਾਹਿਬ ਨੇ ਬਕਾਇਦਾ ਤੌਰ ਇਹਨੇ ਨਾ ਬਕਵਾਸ ਕੀਤੀ ਸੀ। ਉਦੋਂ ਵੀ ਨਾ ਇੱਕ ਵਾਰੀ ਇਹਨੇ ਬਕਵਾਸ ਕੀਤੀ ਹਜ਼ੂਰੇ ਗੌਸੇ ਪਾਕ ਦੇ ਵੱਲੋਂ, ਤੇ ਜਦੋਂ ਅਸੀਂ ਇਹਨੂੰ ਜੁੜੇ ਸਾਂ ਤੇ ਸਾਨੂੰ ਮਨਾ ਕਰ ਦਿੱਤਾ ਸੀ ਮੁਫਤੀ ਸਾਹਿਬ ਨੇ ਕਿ ਭਾਈ ਨਹੀਂ ਇੰਝ ਕਰਨਾ ਹੈਗਾ। ਫਿਰ ਅਸੀਂ ਪਿੱਛੇ ਹੋ ਗਏ ਸਾਂ। ਫਿਰ ਉਸ ਤੋਂ ਬਾਅਦ ਇਹਨੇ 2-3 ਵਾਰੀ ਕੀਤਾ ਵੇ, ਸਾਨੂੰ ਸਾਡੇ ਦੋਸਤ ਅਹਿਬਾਬਾਂ ਨੇ ਆਖਿਆ ਸੀ ਤੇ ਅਸੀਂ ਕਿਹਾ ਸੀ ਕਿ ਨਹੀਂ ਯਾਰ, ਕਿਉਂਕਿ ਮਨਾ ਕੀਤਾ ਤੇ ਅਸੀਂ ਨਹੀਂ ਕਰਨੀ ਹੈਗੀ ਹੈ। ਤੇ ਦਿਨ ਬ ਦਿਨ ਵੱਧਦਾ ਪਿਆ ਸੀ। ਤੇ ਇਹ ਸ਼ਾਹਿਦ ਦੀ ਬਰਾੜ ਦੇ ਉੱਤੇ ਇਹਦਾ ਕੋਈ ਕਜ਼ਨ ਆਇਆ ਸੀ ਤੇ ਉਹਨੇ ਨਾ ਪੀਰ ਮੇਰ ਅਲੀ ਸ਼ਾਹ ਸਾਹਿਬ ਦਾ ਨਾ ਇੱਕ ਹਵਾਲਾ ਰੱਖ ਦਿੱਤਾ ਸੀ, ਜਿਹਦੇ ਉੱਤੇ ਉਹਨੇ ਮਨਾ ਕੀਤਾ ਸੀ। ਔਰ ਯਾਨੀ ਕਿ ਉਹ ਸਮਝ ਲਓ ਜਿਹੜੀ ਹੁਣ ਬਕਵਾਸਾਤ ਪੇ ਕਰਦਾ ਉਹੀ ਬਕਵਾਸ ਉਹ ਉੱਥੇ ਵੀ ਇਹਦਾ ਕਜ਼ਨ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਚੁੱਕ ਕੇ ਕਾਲ ਤੋਂ ਥੱਲੇ ਸੱਟ ਦਿੱਤਾ ਸੀ। ਤੇ ਉਹਨੇ ਕਿਥੇ ਇਹਨੂੰ ਕਿਹਾ ਤੇ ਫਿਰ ਇਹਨੇ ਜਨਾਬ ਉਹ ਪਤਾ ਨਹੀਂ ਕੀ ਕਹਿੰਦੇ ਜੀ, ਮੈਂ ਕਿਤਾਬਾਂ ਪੜ੍ਹੀਆਂ ਤੇ ਇਹ ਹੋਇਆ ਤੇ ਉਹ ਹੋਇਆ। ਫਿਰ ਉਸ ਤੋਂ ਬਾਅਦ ਉਹ ਜ਼ਾਤੀਆਤ ਦੇ ਉੱਤੇ ਉਹ ਸਾਰੇ ਮਾਮਲਾਤ ਹੋ ਰਹੇ ਨੇ। ਇਹ ਪੀਸ ਸਿਆਲਵੀ ਸਾਹਿਬ ਦੀ ਬਰਾੜ ਸੀ ਮੇਰੇ ਖਿਆਲ ਨਾਲ, ਕਨਫਰਮ ਹੀ ਕੀਤਾ ਸੀ। ਬਰਾੜ ਦੇ ਉੱਤੇ ਵੀ ਇਹ ਹੋਇਆ ਸੀ, ਪੀਰ ਸਿਆਲਵੀ ਸਾਹਿਬ ਦੀ ਬਰਾੜ ਦੇ ਉੱਤੇ ਤੇ ਬਾਅਦ ਚ ਆਇਆ ਸੀ ਜਦੋਂ ਸ਼ਾਹ ਸਾਹਿਬ ਨੇ ਉਹਨੂੰ ਕਿਹਾ ਸੀ ਕਿ ਆ ਮੇਰੇ ਨਾਲ ਜ਼ਰਾ ਗੱਲ ਕਰਨਾ, ਠੀਕ ਹੈ जी जी। यानी ये सारी चीज जेडी ये जाती इनाम की खातर हो रही है ਜੀ ये ਬਿਲਕੁਲ जाती है। ਉਹਨੇ ਖੁਦ ਵੀ ਤਸਲੀਮ ਕੀਤਾ, ਅੱਜ ਦੀ ਬਰਾੜ ਦੇ ਵਿੱਚ ਵੀ ਉਹਨੇ ਇਹ ਗੱਲ ਕੀਤੀ ਕਿ ਦੇਖੋ ਮੇਰਾ ਤੇ ਇੰਨਾ ਮਸਲਾ ਨਹੀਂ ਸੀ, ਮੈਂ ਕਿਤਾਬਾਂ ਨਹੀਂ ਸੀ ਪੜ੍ਹਨੀਆਂ, ਮੇਰੇ ਕਜ਼ਨ ਨੂੰ ਉਤਾਰ ਦਿੱਤਾ ਗਿਆ ਕਾਲ ਦੇ ਉੱਤੋਂ। ਉਹਨੇ ਮੈਨੂੰ ਆ ਕੇ ਕਿਹਾ ਦੇਖੋ ਮੈਂ ਹਵਾਲਾ ਦਿੱਤਾ ਹੈ, ਮੈਂ ਕਿਹਾ ਚਲੋ ਮੈਂ ਕਿਤਾਬ ਪੜ੍ਹ ਲੈਣਾ। ਫਿਰ ਜਦੋਂ ਮੈਂ ਕਿਤਾਬ ਪੜ੍ਹੀ ਫਿਰ ਮੈਨੂੰ ਬੜਾ ਦੁੱਖ ਹੋਇਆ ਕਿ ਜੀ ਅਸੀਂ ਅੰਨੇਵਾਹ ਮੰਨ ਰਹੇ ਉਹ ਜੋ ਜਨਾਬ ਉਹ ਹੈ ਵੇ। भाई डॉक्टर साहब तफसील दे नाल लानत वसूल करो मेरी तरफों, हालांकि मेरा दिल बहुत ਗਾਲਾਂ ਕੱਢੀਆਂ ਨੇ ਯਾਰ ਮਲਕ ਭਾਈ, ਇਹਨੇ ਬਕਵਾਸ ਬੰਦੇ ਨੇ, ਖੰਜ਼ੀਰ ਨੇ, ਗੰਦੀਆਂ ਗਾਲਾਂ ਕੱਢੀਆਂ ਨੇ ਯਾਰ। ਪੀਰ ਮੇਰ ਅਲੀ ਸ਼ਾਹ ਸਾਹਿਬ ਅਲੈਹ ਰਹਿਮਾਨ ਨੂੰ ਇਹਨੇ ਗੰਦੀਆਂ ਗਾਲਾਂ ਕੱਢੀਆਂ ਨੇ। ਹਜ਼ਰਤ ਇਹਨੇ ਲਾਈਵ ਆਨ ਕੀਤੀ ਹੈ ਨਾ, ਉਸ ਟਾਈਮ ਇਹਦੇ ਕੋਲ 3 ਬੰਦੇ ਸਨ ਤੇ ਮੈਂ ਉਸ ਟਾਈਮ ਹੀ ਥੱਲੇ ਜਾ ਕੇ ਬਹਿ ਗਿਆ। ਮੈਂ ਹੁਣ ਤੱਕ ਜਿਹੜਾ ਹੈ ਨਾ ਮੈਂ ਕਾਲ ਪਾਈ ਦੀ ਸੀ, ਮੇਰੀ ਕਾਲ ਨਹੀਂ ਸੀ ਪੇ ਚੁੱਕਦਾ। ਇਹਨੂੰ ਨਾ ਪਿਛਲੇ ਦਿਨਾਂ ਦੇ ਵਿੱਚ ਨਾ ਜਦੋਂ ਇਹਨੇ ਸ਼ਾਹ ਸਾਹਿਬ ਦੇ ਬਾਰੇ ਦੇ ਵਿੱਚ ਬਕਵਾਸ ਕੀਤੀ ਸੀ ਨਾ ਜ਼ਫਰੁल्लाह ਸ਼ਾਹ ਸਾਹਿਬ ਦੇ, ਤੇ ਮੈਂ ਨਾ ਇਹਦੀ ਲਾਈਵ ਦੇ ਉੱਤੇ ਚੜ ਗਿਆ ਹਾਂ ਤੇ ਮੈਂ ਇਹਦੀ ਨਾ ਚੰਗੀ ਉੱਥੇ ਟੁਕਾਈ ਵੀ ਕੀਤੀ ਹੈ। ਫਿਰ ਉਸ ਤੋਂ ਬਾਅਦ ਇਹਨੂੰ ਮੈਂ ਪਰਸਨਲ, ਇਹਦਾ ਨੰਬਰ ਸੀ ਮੇਰੇ ਕੋਲ ਤੇ ਇਹਨੂੰ ਮੈਂ ਪਰਸਨਲ ਦੇ ਵਿੱਚ ਜਿਹੜਾ ਸੀ ਨਾ ਉਹ ਅੱਛੇ ਤਰੀਕੇ ਨਾਲ ਠੀਕ ਕੀਤਾ ਸੀ। ਤੇ ਇਹਨੇ ਆ ਕੇ ਫਿਰ ਲਾਈਵ ਲਾਈ ਸੀ ਤੇ ਆਂਦਾ ਸੀ ਕਿ ਇਹ ਬੰਦਿਆਂ ਨੇ ਮੇਰਾ ਨੰਬਰ ਅੱਗੇ ਦਿੱਤਾ ਤੇ ਮੈਨੂੰ ਨੀਂਦ ਨਹੀਂ ਆ ਰਹੀ, ਮੈਨੂੰ ਸੌਣ ਨਹੀਂ ਦਿੰਦੇ, ਮੈਂ ਰਾਤੀ ਮੋਬਾਈਲ ਜਿਹੜਾ ਹੈ ਨਾ ਉਹ ਬੰਦ ਕਰਕੇ ਸੌਂਦਾ ਵਾ। ਸਹੀ ਹੈ। ਸਾਡੇ ਹਰ ਮਾਸ਼ਾਅੱਲਾ ਮੁੰਡੇ ਜਿਹੜੇ ਸਨ ਉਹ ਫੋਨ ਕਰਕੇ ਨਾ ਇਹਨਾਂ ਕੋ ਤਾਲੀਮ ਹਾਸਲ ਕਰਨਾ ਚਾਹ ਰਹੇ ਹਨ, ਤੁਸੀਂ ਤੁਹਾਨੂੰ ਸਮਝੇ।
ਤੇ ਉਹ ਕਹਿੰਦਾ ਸੀ ਮੈਂ ਫੋਨ ਬੰਦ ਕਰਕੇ ਸੌਣਾ ਵਾ, ਤੇ ਉਹ ਮੈਂ ਇਹਨੂੰ ਕਾਲ ਪਾ ਕੇ ਰੱਖੀ, ਇਹਨੇ ਮੇਰੀ ਕਾਲ ਨਹੀਂ ਚੁੱਕੀ ਹੈਗੀ ਆ। ਅਗਰ ਕਾਲ ਚੁੱਕ ਲੈਂਦਾ ਨਾ ਤੇ ਫੇਰ ਤੇ ਮਾਈਕ ਮੈਂ ਵੀ ਇੱਥੇ ਜਿਹੜਾ ਸੀ ਹੈ ਮੈਂ ਕੰਮ ਦੇ ਉੱਤੇ ਆ, ਪਰ ਮਾਈਕ ਮੈਂ ਵੀ ਲਾਇਆ ਦਾ ਸੀ, ਪਰ ਇਹ ਵੇ ਕਿ ਉਹਨੇ ਚੁੱਕੀ ਨਹੀਂ ਹੈਗੀ। ਤੇ ਬਿਹਤਰ ਹੈ ਵੇ ਕਿ ਯਾਰ ਇਹ ਜਿਹੜਾ ਨਾ ਅਸਲ ਸਾਡੇ, ਤੁਸੀਂ ਉੱਥੇ ਜ਼ਰਾ ਗੌਰ ਕੀਤਾ ਕੋਈ ਗੱਲ ਦਾ? ਕਿਉਂਕਿ ਇਹ ਦੇਖੋ ਮੈਂ ਸਟਾਰਟ ਦੇ ਉੱਤੇ ਬੈਠਾ ਦਾ ਹਾਂ, ਇਸ ਬੰਦੇ ਦੇ ਕੋਲ ਨਾ 4 ਤੋਂ 5 ਬੰਦੇ ਸੀ ਸਟਾਰਟ ਦੇ ਉੱਤੇ, ਤੇ ਜਿਸ ਟਾਈਮ ਮੈਂ ਗਿਆ ਉਸ ਟਾਈਮ 3 ਬੰਦੇ ਸਨ, ਫਿਰ ਉਸ ਤੋਂ ਬਾਅਦ 4 ਹੋਏ ਨੇ, ਫਿਰ 5 ਬੰਦੇ ਹੋਏ ਨੇ, ਫਿਰ ਉਸ ਤੋਂ ਬਾਅਦ ਕੀ ਹੋਇਆ ਵੇ, ਫਿਰ ਉਸ ਤੋਂ ਬਾਅਦ ਇਹਦਾ ਨਾ ਡਬਲ ਟੈਪਿੰਗ ਵਾਲਾ ਜਿਹੜਾ ਨਾ ਉਹ ਕੰਮ ਸ਼ੁਰੂ ਹੋ ਗਿਆ। ਔਰ ਮੈਂ ਉਹਨਾਂ ਬੰਦਿਆਂ ਦੀ ਥੋੜੀ ਜਿਹੀ ਰਿਕਾਰਡਿੰਗ ਵੀ ਕੀਤੀ ਜਿਹੜੇ ਬੰਦੇ ਥੱਲੇ ਬਹਿ ਕੇ ਡਬਲ ਟੈਪ ਕਰ ਰਹੇ ਸਨ, ਜਿਹਦੇ ਵਿੱਚ ਇੱਕ ਅਫਜ਼ਾਲ ਵੜੈਚ ਵੀ ਸੀ, ਠੀਕ ਹੈ ਜੀ। ਔਰ ਉਹ ਬਕਾਇਦਾ ਜਿਹੜਾ ਸੀ ਉਹ ਗਿਫਟਿੰਗ ਕਰ ਰਿਹਾ ਸੀ ਇਹਨੂੰ ਨਾ ਕੀ ਇਹਨੂੰ ਆਖੀਦਾ ਹੋਲੀ ਸਪਿਰਿਟ ਨੂੰ, ਤੇ ਬਕਾਇਦਾ ਹਾਂਜੀ ਉਹ ਗਿਫਟਿੰਗ ਵੀ ਕਰ ਰਿਹਾ ਸੀ। ਇਹ ਹੁਣ ਲੜਾਈ ਵੀ ਇਸ ਗੱਲ ਦੀ ਹੀ ਛਿੜੀ ਸੀ ਕਿ ਜਨਾਬ ਹੈ ਜਿਹੜਾ ਹੈ ਨਾ ਉਹ ਕਹਿੰਦਾ ਕਿ ਜੀ ਇਹ ਖਤਮੇ ਨਬੂਵਤ ਦੇ ਜਿਹੜੇ ਲੋਕ ਨੇ ਇਹ ਗਾਲੀਬਾਜ਼ ਨੇ, ਇਹ ਹੈ ਉਹ ਹੈ, ਤੇ ਉਹ ਅਸਲ ਨਾ ਉਹ ਮਾਮਲਾਤ ਹੋਰ ਤਰੀਕੇ ਦੇ ਨੇ। ਬਾਕੀ ਨਾਕਸ ਮਸ਼ਵਰਾ ਤੇ ਮੇਰਾ ਯਾਰ ਇਹੀ ਸੀ ਕਿ ਰੋਜ਼ ਦੀ ਖਿੱਚ ਨਾਲੋਂ ਜਿਹੜਾ ਹੈ ਨਾ ਇੱਕ ਵੀਡੀਓ ਸਭ ਦੇ ਕੋਲ ਹੋਵੇ, ਤਮਾਮ ਮੁਸਲਮਾਨ ਉਹਦੇ ਨਾਲ ਜਨਾਬ ਜਿਹੜਾ ਨਾ ਉਹ ਡਿਲੀਟ ਕਰ ਦੇਣ। ਬਲਕਿ ਉਹ ਆਂਦੀ ਹੈ ਉਹ ਵੀਡੀਓ ਮੈਂ ਆਪਣੇ ਹਿਸਾਬ ਦੇ ਨਾਲ ਪਾਵਾਂਗਾ, ਉਹ 1 ਮਿੰਟ ਦੀ ਅਗਰ ਮੁਫਤੀ ਸਾਹਿਬ ਉਹ ਵੀਡੀਓ ਦਿੰਦੇ ਨੇ ਨਾ ਤੇ ਮੈਂ ਖੁਦ ਪਹਿਲੇ ਬੋਲ ਕੇ ਨਾ ਫਿਰ ਉਹ ਵੀਡੀਓ ਚਲਾ ਕੇ ਉੱਤੇ ਉਹਦਾ ਬਕਾਇਦਾ ਦੱਸਿਆ ਜਾਏਗਾ ਕਿ ਭਾਈ ਅਗਰ ਹਿੰਮਤ ਹੈ ਤੇ ਆ ਜਾ, ਸਹੀ ਹੈ। ਤੇ ਫਿਰ ਉੱਥੇ ਮੁਸਲਮਾਨਾਂ ਨੂੰ ਵੀ ਕਿਹਾ ਜਾਏਗਾ ਜੇ ਤੁਹਾਡੇ 'ਚ ਗੈਰਤ ਹੈ ਨਾ ਤੇ ਹੁਣ ਤੁਸੀਂ ਇਸ ਬੰਦੇ ਦਾ ਬਾਈਕਾਟ ਕਰ ਲਓ। ਬਿਲਕੁਲ ਸਹੀ। ਮੈਂ ਤਾਂ ਥੱਲੇ ਇਹਨੂੰ ਕਾਫਰ ਮੁਰਤਦ ਜ਼ੰਦੀਕ ਲਿਖੀ ਆਇਆ, ਮੈਂ ਕਿਹਾ ਝੂਠ ਬੋਲਣਾ ਪਿਆ ਬਗੈਰਤਾ, ਮੈਂ ਇਹਨੂੰ ਇਹ ਵੀ ਕਿਹਾ ਮੈਂ ਥੱਲੇ ਲਿਖਣ ਲੱਗਾ ਬਹੁਤ ਸ਼ੁਕਰੀਆ, ਫਿਰ ਮੈਂ ਚੁੱਪ ਕਰ ਗਿਆ, ਮੈਂ ਕਿਹਾ ਨਹੀਂ। ये ना मलिक भाई अस्सलाम वालेकुम, खैर थोड़ी बात काट रहा हूँ मैं कि यार इस बंदे को किसी ने वेख्या तक नहीं है आज तक, मतलब कोई जानता ही नहीं, ये अपनी सिर्फ स्टोरियां बयान करता रहता है कि मैं पता नहीं मेरे वाला। ਸ਼ਾਹਿਦ ਨੇ ਵੇਖਿਆ ਦਾ, ਸ਼ਾਹਿਦ ਗਿਆ ਸੀ ਇਹਦੇ ਕੋਲ ਨਾ, ਸ਼ਾਹਿਦ ਬਕਾਇਦਾ ਤੌਰ ਦੇ ਉੱਤੇ ਇਹਦੇ ਨਾਲ ਕਾਫੀ ਪੀ ਕੇ ਆਇਆ ਵੇ, ਇਹ ਵੀ ਇੰਗਲੈਂਡ ਸ਼ਾਹਿਦ ਵੀ ਸੀ। ਔਰ ਇਹਨਾਂ ਦਾ ਕੋਈ ਆਪਸ ਦੇ ਵਿੱਚ ਉਦੋਂ ਜਿਹੜਾ ਸਾਨੂੰ ਪਤਾ ਲੱਗਿਆ ਸੀ, ਔਰ ਸ਼ਾਹਿਦ ਨੇ ਖੁਦ ਵੀ ਆਪਣੀ ਲਾਈਫ ਦੇ ਉੱਤੇ ਇਹ ਗੱਲ ਕੀਤੀ ਸੀ, ਮੈਂ ਹਲਫਨ ਕਹਿ ਸਕਣਾ, ਉਹਨੇ ਖੁਦ ਵੀ ਇਹ ਗੱਲ ਕੀਤੀ ਸੀ, ਮੈਂ ਹੋ ਕੇ ਆਇਆ। ਤੇ ਇਹ ਐਵੇਂ ਨਹੀਂ ਉਹਨੂੰ ਮਿਲਿਆ, ਇਹ ਪੂਰਾ ਉਹਦਾ ਡਾਟਾ ਲੈ ਕੇ ਉਸ ਨੂੰ ਮਿਲਿਆ, ਸਮਝਿਓ। ਯਾਨੀ ਕਿ ਪੂਰਾ ਜਿਹੜਾ ਹੁੰਦਾ ਨਾ ਬੰਦੇ ਦਾ ਕਿ ਭਾਈ ਇਹ ਬੰਦਾ ਅਗਰ ਕੱਲ ਨੂੰ ਮੇਰਾ ਕੋਈ ਇਸ਼ੂ ਕਰਨ ਲੱਗੇ ਤੇ ਮੈਂ ਵੀ ਇਹਦਾ ਫਿਰ ਉਹੀ ਕਰਾਂ, ਉਹ ਹਿਸਾਬ ਕਿਤਾਬ ਹੋਇਆ ਸੀ। ਤੇ ਉਹ ਇਸ ਕੰਮ ਦੇ ਵਿੱਚ ਨਹੀਂ ਪਿਆਂਦਾ ਹੈਗਾ ਨਾ, ਉਹ ਮੈਨੂੰ ਪਤਾ ਕਿਉਂ ਨਹੀਂ ਪਿਆਂਦਾ, ਕਿਉਂਕਿ ਅੱਗੇ ਵੀ ਉਹ ਫੈਮਿਲੀ ਦੀ ਵਜ੍ਹਾ ਤੋਂ ਜਿਹੜਾ ਨਾ ਥੋੜਾ ਜਿਹਾ ਹੋਇਆ ਵੇ। ਤੇ ਬਸ ਇਹੀ ਹੈ ਕਿ ਗੰਦੇ ਲੋਕ ਨੇ, ਹੁਣ ਕੀ ਬੰਦਾ ਇਹਨਾਂ ਨੂੰ ਕਰੀਏ। ਫਿਰ ਜਦੋਂ ਅਸੀਂ ਇਹਨਾਂ ਨੂੰ ਜੋੜਨੇ ਆ ਨਾ, ਫਿਰ ਸਾਡੇ ਯਾਰ ਮੁਸਲਮਾਨ ਸਾਡੇ ਖਿਲਾਫ ਹੋ ਜਾਂਦੇ, ਕਹਿੰਦੇ ਯਾਰ ਗਾਲੀਬਾਜ਼ ਨੇ। ਫਿਰ ਅਸੀਂ ਇਸ ਵਜ੍ਹਾ ਤੋਂ ਖਾਮੋਸ਼ ਹੋ ਗਏ ਦੇ ਆ ਕਿ ਬਿਹਤਰ ਹੈ ਵੇ ਕਿ ਜਿਹੜਾ ਜੋ ਜਿੱਥੇ ਹੋ ਰਿਹਾ ਫਿਰ ਉਹੀ ਹੋਣਾ ਚਾਹੀਦਾ। नहीं इसने तो मतलब ਇਹਦਾ ਕੰਮ ਕੀਤਾ ਨਾ ਕਿ ਮੁਸਲਮਾਨਾਂ ਦਾ ਬੇਸ, ਇਹ ਸਮਝ ਲਓ ਕਿ ਮੁਸਲਮਾਨਾਂ ਦੇ ਬੇਸ ਵਿੱਚ ਉਹ ਮਰਜ਼ਾਈਆਂ ਵਾਲਾ ਕੰਮ ਕੀਤਾ ਇਸਨੇ। ਸੁਲੇਮਾਨ ਭਾਈ ਉਹ ਜਿਹੜੇ ਹਵਾਲੇ ਅਚਾਨਕ ਹੀ ਇਸਲਾਮ ਤੋਂ ਫਿਰ ਕੇ ਉਲਮਾ ਨੂੰ ਵਲੀਆਂ ਨੂੰ ਗਾਲਾਂ ਭਾਈ ਉਹ ਜਿਹੜੇ ਹਵਾਲੇ ਦਿਖਾ ਰਹੇ ਉਹ ਦਿਖਾਏ ਮਿਰਜ਼ਾ ਕਾਦੀਆਨੀ ਦੇ ਰਹੇ। ਆਹੋ ਮਿਰਜ਼ਾ ਕਾਦੀਆਨੀ ਦੇ ਬਿਲਕੁਲ। ਮਜਮੂਆ ਇਸ਼ਤਿਹਾਰਾਤ ਜਿਹੜਾ ਵੇ ਉਹ ਪੀਰ ਮੇਹਰ ਅਲੀ ਸ਼ਾਹ ਸਾਹਿਬ ਨੇ ਨਹੀਂ ਲਿਖਿਆ ਹੈਗਾ, ਉਹ ਤੇ ਮਿਰਜ਼ਾ ਕਾਦੀਆਨੀ ਨੇ ਲਿਖਿਆ ਦਾ। ਔਰ ਉਹ ਇੱਕ ਉਹੀ ਕੰਮ ਮਰਜ਼ਈ ਵੀ ਕਰਦੇ ਪਏ ਨੇ। ਬਿਲਕੁਲ, ਉਹ ਮਿਰਜ਼ਾ ਜੂਨੀਅਰ ਨੇ ਵੀ ਇਹੀ ਕੰਮ ਕੀਤਾ ਸੀ, ਉਹਦੀ ਮੈਂ ਵੀ ਵੀਡੀਓ ਲਾਈ ਹੈ। ਉਹਨੇ ਉਹ ਕਹਿੰਦਾ ਕਿ ਉਹ ਸੇਮ ਗੱਲ ਕੀਤੀ ਸੀ, ਉਹਨੇ ਵੀ ਕਹਿੰਦਾ ਕਿ ਪੀਰ ਮੇਹਰ ਅਲੀ ਸ਼ਾਹ ਸਾਹਿਬ ਨੇ ਜੋ ਹੈ ਨਾ ਉਹ ਉਹਨਾਂ ਦੇ ਕੱਲ ਕੋਈ ਮਤਲਬ ਕੋਈ ਇੰਜ ਦੀ ਗੱਲ ਕੀਤੀ ਸੀ, ਉਹ ਮੇਰੀ ਵੀਡੀਓ ਵੀ ਲੱਗੀ ਹੈ ਯਾਰ। ਉਹ ਤੇ ਆਲਾ ਹਜ਼ਰਤ ਦੇ ਬਾਰੇ ਚ ਏਡੀ ਬਕਵਾਸ, ਉਹ ਤੇ ਏਡੀ ਗੰਦੀ ਗਾਲ ਕੱਢ ਰਿਹਾ। ਤੇ ਜਦੋਂ ਉੱਥੇ ਜ਼ਿਆ ਰਸੂਲ ਅਮੀਨੀ ਤੇ ਉਸਮਾਨ ਰਿਜ਼ਵੀ ਨੇ, ਦੇਖੋ ਮੇਰੇ ਇਖਤਲਾਫ ਹੈ ਨੇ ਜ਼ਿਆ ਰਸੂਲ ਅਮੀਨੀ ਨਾਲ ਵੀ, ਉਸਮਾਨ ਰਿਜ਼ਵੀ ਨਾਲ, ਪਰ ਉਹ ਸਾਡੇ ਆਪਸ ਦੇ ਵਿੱਚ ਨੇ। ਹੁਣ ਇਹਦਾ ਮਤਲਬ ਇਹ ਤੇ ਨਹੀਂ ਉਹਨਾਂ ਨੇ ਜਿਹੜੀ ਛਤਰੋਲ ਇਸ ਬੰਦੇ ਦੀ ਕੀਤੀ ਹੈ ਨਾ, ਤੇ ਉਦੋਂ ਇਹ ਬੰਦਾ ਆ ਗਿਆ ਕਿ ਦੇਖੇ ਜੀ ਆਪ ਗਾਲੀਆਂ ਨਾ ਦੇं, ਗਾਲੀਆਂ ਨਾ ਦੇं। ਤੇ ਜਿਸ ਟਾਈਮ ਇਹਨੇ ਲਾਈਵ ਆਨ ਕੀਤੀ ਸੀ, ਇਹ ਡਾਇਰੈਕਟ ਆਲਾ ਹਜ਼ਰਤ ਨੂੰ ਗਾਲਾਂ ਪੇ ਕੱਢਦਾ ਸੀ, ਡਾਇਰੈਕਟ ਪੀਰ ਮੇਹਰ ਅਲੀ ਸ਼ਾਹ ਸਾਹਿਬ ਨੂੰ ਗਾਲਾਂ ਪੇ ਕੱਢਦਾ ਸੀ। ਤੇ ਵੱਲਾ ਆਲਮ ਯਾਰ ਕੀ ਮਾਮਲਾਤ ਨੇ, ਕੀ ਹਿਸਾਬ ਕਿਤਾਬ ਹੈ।
ਮੈਂ ਤੇ ਇਸ ਵਜ੍ਹਾ ਤੋਂ ਕਹਿੰਦਾ ਕਿ ਜਿਹੜਾ ਬੰਦਾ ਆ ਕੇ ਬੈਠੇ ਨਾ ਫੇਕ ਦੇ ਉੱਤੇ ਬਈ ਉਹਦਾ ਡਾਟਾ ਲੈਣਾ ਚਾਹੀਦਾ ਕਿ ਕੱਲ ਨੂੰ ਪਤਾ ਨਹੀਂ ਕੀ ਮਾਮਲਾਤ ਹੋ ਜਾਣ। ਅਭੀ ਬਈ ਗੱਲ ਜ਼ਿਆ ਭਾਈ ਸਹੀ ਹੈ ਜਾਂ ਨਹੀਂ? शाहिद भाई तो पूछो ना, शाहिद भाई को यदि वीडियो होनी है जरूर लाजमी है कि फोटो शोटो भाई लेनी ने है। क्या है, नहीं शाहिद भाई नहीं आएंगे सामने, मैं बता रहा हूँ ना आपको, उसकी वजह बता तो दी है कामरान भाई ने। अच्छा आज जिया भाई ने भी ਉਹਦੇ ਮੂੰਹ ਤੇ ਕਹਿ ਦਿੱਤਾ ਕਿ ਆਇੰਦਾ ਤੋਂ ਬਾਅਦ ਜਿੰਨੀਆਂ ਤੇਰੇ ਵੀਡੀਓ ਮੇਰੇ ਚੈਨਲ ਤੇ ਚੱਲੀਆਂ ਨੇ ਮੈਂ ਉਹਨਾਂ ਸਭ ਤੋਂ ਬਰਾਤ ਦਾ ਐਲਾਨ ਕਰਦਾ ਹਾਂ। ਆਇੰਦਾ ਤੋਂ ਬਾਅਦ ਤੂੰ ਫੂਤਾ ਨਹੀਂ ਮਾਰਨੀਆਂ ਕਿ ਮੈਂ ਜ਼ਿਆ ਭਾਈ ਦੇ ਨਾਲ ਕੰਮ ਕਰਦਾ ਰਿਹਾ ਹਾਂ। ਉਹ ਤੇ ਇਹ ਉਹਨਾਂ ਨੇ ਅੱਜ ਜ਼ਿਆ ਭਾਈ ਦੇ ਆਉਣ ਤੋਂ ਪਹਿਲਾਂ ਕਾਕੇ ਭਾਈ, ਜ਼ਿਆ ਭਾਈ ਦੇ ਆਉਣ ਤੋਂ ਪਹਿਲਾਂ ਉਹ ਜ਼ਿਆ ਭਾਈ ਦੇ ਨਾਂ ਤੇ ਲੈਂਦਾ ਸੀ। ਅੱਜ ਵੀ ਇਹਨੇ ਗੱਲ ਕੀਤੀ ਹੋਈ। ਕਰ ਲੋ। ਅੱਛਾ ਕੀ ਕਹਿ ਰਿਹਾ ਸੀ, ਕਹਿ ਕੀ ਰਿਹਾ ਸੀ? ਉਹ ਕਹਿ ਰਿਹਾ ਸੀ ਕਿ ਜਨਾਬ ਮੈਂ 1000 ਜਿਹੜਾ ਵੇ ਉਹ ਕਾਦੀਆਨੀ ਮੁਸਲਮਾਨ ਕੀਤਾ ਹੈ, ਨਹੀਂ ਯਕੀਨ ਆਂਦਾ ਤੇ ਜ਼ਿਆ ਰਸੂਲ ਅਮੀਨੀ ਨੂੰ ਮੇਰਾ ਪੁੱਛ ਲੋ, ਉਹਦੀ ਪਹਿਲੀ ਬਰਾਤ ਤੇ ਮੈਂ ਗਿਆ ਹਾਂ ਤੇ ਇੱਕ ਫੈਮਿਲੀ ਜਿਹੜੀ ਸੀ ਉਹ ਮੁਸਲਮਾਨ ਹੋਈ ਸੀ। ਉਸ ਤੋਂ ਬਾਅਦ ਨਾ ਮੈਨੂੰ ਪਤਾ ਹੈ ਕਿਸ ਬੰਦੇ ਨੇ ਸ਼ੇਅਰ ਕੀਤੀ ਹੈ, ਮੈਂ ਉਹਨੂੰ ਮੈਸੇਜ ਕੀਤਾ, ਮੈਂ ਕਿਹਾ ਮੇਰਾ ਨਹੀਂ ਤਲਕ ਹੈਗਾ ਜ਼ਿਆ ਨਾਲ, ਮੈਂ ਕਿਹਾ ਜ਼ਿਆ ਨੂੰ ਬੁਲਾ ਕਿਸੇ ਤਰੀਕੇ ਨਾਲ। ਤੇ ਮਾਸ਼ਾਅੱਲਾ ਜ਼ਿਆ ਭਾਈ ਆਏ ਨੇ, ਫਿਰ ਨਾਲ ਉਸਮਾਨ ਅਲੀ ਰਿਜ਼ਵੀ ਵੀ ਆਇਆ, ਫਿਰ ਉਹ ਬੜਾ ਮਜ਼ਾ ਆਇਆ ਵੇ। ਅਸਲ ਹੈ ਵੇ ਕਿ ਲੋਕਾਂ ਨੂੰ ਨਾ ਤਮਾਮ ਚੀਜ਼ਾਂ ਦਾ ਜਿਹੜੇ ਆ ਗੁੰਮਰਾਹ ਪੇ ਕਰਦਾ ਸੀ ਨਾ, ਬੜੀ ਅੱਛੀ ਗੇਮ ਹੋ ਗਈ ਹੈ। ਹਾਂ ਇਹਨੇ ਗੇਮ ਪਤਾ ਕੀ ਕੀਤੀ ਹੈ, ਪਹਿਲਾਂ ਸਾਰਿਆਂ ਨੂੰ ਮਿਰਜ਼ਾ ਕਾਦੀਆਨੀ ਦੀਆਂ ਖਰਾਫਾਤ ਦੱਸ ਕੇ ਆਪਣੇ ਵੱਲ ਕੀਤਾ, ਪਲੱਸ ਪੁਆਇੰਟ ਬਣਵਾਇਆ ਤੇ ਐਂਡ ਤੇ ਜਾ ਕੇ ਨਾ ਸਾਰਿਆਂ ਨੂੰ ਇਕੱਠਾ ਕਰਕੇ, ਜਿਸ ਤਰ੍ਹਾਂ ਮਿਰਜ਼ਾ ਕਾਦੀਆਨੀ ਨੇ ਸਾਰਿਆਂ ਨੂੰ ਇਕੱਠਾ ਕਰਕੇ ਡੋਬ ਦਿੱਤਾ ਨਾ ਆਖਰ 'ਚ ਕਿ ਜਾਓ ਸਾਰੀ ਜ਼ਿੰਦਗੀ ਕੁਫਰ 'ਚ ਹੀ ਰਵੋ। ਇਹਨੇ ਵੀ ਉਹੀ ਕੰਮ ਕੀਤਾ। ਇਹ ਬੁੱਢਾ ਆਖਰੀ ਉਮਰ 'ਚ ਸਠਿਆ ਗਿਆ। ਜ਼ਿਆ ਭਾਈ ਨੇ ਸਹੀ ਕਿਹਾ, ਤੂੰ ਝੂਠ ਬੋਲ ਰਿਹਾ, ਤੇਰੇ ਕੋਲੋਂ ਇਹ ਉਮੀਦ ਨਹੀਂ ਸੀ। ਤੇ ਲੋਕਾਂ ਨੂੰ ਵੀ ਕਿਹਾ ਕਿ ਤੁਸੀਂ ਬਾਜ਼ ਆਓ, ਇਹਦੇ ਕੋਲੋਂ ਨਾ ਸੁਣੋ ਇਹਦੀਆਂ ਗੱਲਾਂ ਨੂੰ। ਪਰ ਉੱਥੇ ਬਹਿ ਕੇ ਨਾ ਕਾਦੀਆਨੀ ਸੁਣ ਰਹੇ ਨੇ, ਸਮਝ ਆਈ ਜੇ? ਕਾਦੀਆਨੀਆਂ ਨੇ ਤਾਂ ਸੁਣਨਾ ਹੈ ਨਾ, ਕਿਉਂਕਿ ਉਹਨਾਂ ਨੂੰ ਹਜ਼ਰਤ ਪੀਰ ਮੇਹਰ ਅਲੀ ਸ਼ਾਹ ਰਹਿਮਤੁल्लाह ਅਲੈਹ ਤੋਂ ਤਕਲੀਫ ਹੈ ਨਾ, ਕਿਉਂਕਿ ਪਾਕਿਸਤਾਨ ਦੇ ਵਿੱਚ ਦੋ ਹੀ ਬੰਦੇ ਸਨ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਨੇ ਕਾਦੀਆਨੀਆਂ ਨੂੰ ਇਸ ਤਰ੍ਹਾਂ ਦੀ ਟੱਕਰ ਦਿੱਤੀ ਹੈ, ਇੱਕ ਪੀਰ ਮੇਹਰ ਅਲੀ ਸ਼ਾਹ ਸਾਹਿਬ ਔਰ ਇੱਕ ਅਮੀਰੁਲ ਮੁਜਾਹਿਦੀਨ ਅੱਲਾਮਾ ਖਾदिम ਹੁਸੈਨ ਰਿਜ਼ਵੀ ਸਾਹਿਬ। ਇਹਨਾਂ ਕੋਲੋਂ ਤੁਸੀਂ ਦੇਖਦੇ ਹੋ ਨਾ ਆ ਕੇ ਸਾਨੂੰ ਕਹਿੰਦੇ ਨੇ ਖਾਦੂ ਲੰਗੜਾ, ਖਾਦੂ ਲੰਗੜਾ। ਇਹਨਾਂ ਨੂੰ ਤਕਲੀਫ ਬੜੀ ਦਿੱਤੀ ਉਹਨਾਂ ਨੇ। ਉਸਤਾਦ ਮੁਹਤਰਮ ਆ ਗਏ। अस्सलाम वालेकुम जी हजूर वाले जी। वीडियो लॉन्च की है और साथ ही कम्युनिटी गाइडलाइन आ गई है, वीडियो नहीं अपलोड हुई, यानी अपील तो की है, मुझे नहीं लगता कि ये अपील अप्रूवल हो। कामरान वो वीडियो हमें भेजें, वो दूसरे हिसाब से हम करते हैं उसको। वो मैं कह रहा हूँ, मैंने आपको अभी अपलोड लगा दी है, थोड़ी देर तक आप तक पहुंच जाएगी, ठीक है? अच्छा ये है कि चलो जो बात उधर की है वो इधर कर देते हैं। डॉक्टर होली स्पीड साहब को मैं सैफ चिश्तियाई किताब के ऊपर मुनाजरे की दावत पेश कर रहा हूँ। एक मिनट ये है कि अव्वल से लेके मुफ्ती साहब माजरत है, एक मिनट, मैं एक मिनट रिकॉर्डिंग इसकी लगा लूं। मुफ्ती साहब ने वड्डा करे यार, एक मिनट। वीडियो भी पहुंच गई है, आप टिकटॉक भी चेक कर ली, मैंने भी लगाई हुई है रिकॉर्डिंग, स्क्रीन रिकॉर्डिंग पे। कामरान बोलूं? डॉक्टर होली स्पीड साहब आजकल पीर मेहर अली शाह रहमतुल्लाह अलैह जो हमारे खत्म नबूवत के सलारे अल हैं, उनके खिलाफ बकवासियात कर रहे हैं, गालियां निकाल रहे हैं, उनको काफिर कह रहे हैं। तो आजज मुफ्ती मुबशर शाह, आज डेट है जनाब 29 अक्टूबर 2025, नवंबर, रात का टाइम है, 4:22 हुए हैं। सैफ चिश्तियाई के ऊपर मैं मुनाजरे की दावत पेश करता हूँ डॉक्टर होली स्पीड साहब को कि जनाब आइए मेरे सामने 1-to-1 गुफ्तगू करती हैं, होस्ट टू होस्ट गुफ्तगू करती हैं। शर्त यह है कि अव्वल से लेके आखिर तक पूरी किताब हमने पढ़नी है
और ये मुनाजरा हमारा भले साल हा साल चले, कोई मसला नहीं है, ठीक है। मेरा ये दावा है और ये चैलेंज है कि डॉक्टर होली स्पीड साहब इस किताब के किसी एक सफ़े पर हाथ रखें जिसके अंदर उर्दू, अरबी, फारसी मिक्स है। वो सफ़ा सिर्फ एक पढ़ के मेरे सामने सुना दें, पूरा सफ़ा, सिर्फ एक सफ़ा पढ़ के सुना दें। अगर वो एक सफ़ा सिर्फ पढ़ने के अंदर कामयाब हो गए ना, सिर्फ पढ़ने के अंदर कामयाब हो गए, तो मैं मान जाऊंगा कि वो पीर मेहर अली शाह साहब को समझते हैं और उनकी ये पूरी किताब सैफ चिश्तियाई उनको समझ आ गई है, ठीक है। सिर्फ एक सफ़ा मेरे सामने आमने सामने बैठ के पढ़ लें सिर्फ। तो ये वीडियो मैंने अभी लॉन्च की थी, लेकिन टिकटॉक ने मेरी वीडियो वो उड़ा दी है और कम्युनिटी गाइडलाइन में डाल दी है। पता नहीं क्या वजह है, अल्लाह ही जानता है। लेकिन उसमें कोई गाली तो नहीं निकाली हमने, सिर्फ एक पैगाम दिया था, एक चैलेंज किया था, तो वो भी टिकटॉक ने कबूल नहीं किया। वजह पता नहीं, अल्लाह ही जानता है क्या है। तो ये मेरा पैगाम डॉक्टर होली स्पीड तक पहुंचा दें सारे दोस्त। मैंने तो उनको ब्लॉक किया हुआ है और उनकी आईडी तो मुझे शो भी नहीं होती, लेकिन जो दोस्त सुन रहे हैं अभी, ये अगर मेरा पैगाम पहुंचा दें उनको कि भाई मुफ्ती मुबशर ने आपको मुनाजरे का चैलेंज किया है, तो बड़ी नवाजिश होगी। बात ये है कि डॉक्टर होली स्पीड साहब काफी अरसे से पीर मेहर अली शाह रहमतुल्लाह अलैह, आला हज़रत इमाम अहमद रज़ा खान फाज़िल बरेलवी, हजूर गोस पाक, इनको सिर्फ इतराज नहीं करते बल्कि काफर तक कह रहे हैं, काफर, कि ये काफर, और गालियां और बड़ी बड़ी बकवासियात, सीधी सीधी गालियां, तेरी भैन दी, तेरी मां दी, वो पंजाबी वाली गालियां तक हमने सुनी है। तो ये कोई तरीका नहीं है, ये कोई तरीका नहीं है। इख्तलाफ जब किसी से होता है ना, तो इख्तलाफ का एक तरीक़ेकार होता है। इख्तलाफ जितना बड़ा मर्जी करो, लेकिन इख्तलाफ का एक तरीक़ेकार होता है। जब इस नहज तक तुम आ गए कि गालियां तक निकालो और बकवासियात करो, इल्जामात आयद करो, तो वो फिर वो बंदे की अपनी इल्मी हैसियत जो है वो खत्म होके रह जाती है। दोस्त यहाँ पे हमें कह रहे हैं कि हमें भी जवाब देना चाहिए। जवाब दें आप। हर बंदा एक मुख्तार है और इख्तियार रखता है, आज़ाद है, तो इसमें कोई हर्ज नहीं है, लेकिन इसके कोई फायदे नहीं होंगे। ये टिकटॉक एक ऐसी दुनिया है कि अपनी अपनी बराडें खोल के बैठ जाते हैं और कोई पकड़ने वाला नहीं, कोई रोकने वाला नहीं, ठीक है। तो आप बंदे को पकड़ नहीं सकते किसी भी तरीके से, किसी भी तरीके से, कोई सा भी तरीका इख्तियार कर ले, नहीं पकड़ सकते। खास करके डॉक्टर होली स्पीड मैं यहां बात करता हूं, नहीं पकड़ सकते आप। आज तक उस बंदे का ओरिजिनल नाम, वैसे समर, इनका नाम समर भी पता नहीं है कि नहीं, अल्लाह ही जानता है, लेकिन समर पहले बताया था इन्होंने हमें कि मेरा नाम असल समर है। वल्लाहु आलम वो समर भी है कि नहीं। तो फिर इन्होंने अपना नाम डॉक्टर होली स्पीड रखा था, फेक आईडी। तो सैयद इन्होंने वो भी बाद में बताया जी मैं सैयद भी हूं। वल्लाहु आलम वो सैयद है कि नहीं, हमें तो नहीं पता। तो टोटल फेक, यानी फेक, ना ही आज तक कोई उनकी तस्वीर सामने आई है, कुछ भी नहीं। कहने को वो जनाब मैं कोई साइंसदान हूं, साइंटिस्ट हूं, ये है वो है, तो टोटल फेक है। ये सारी फेक एक स्टोरी है, एक कहानी है। हमें आज तक नहीं पता चला कि ये बंदा कौन है, कहाँ रहता है, क्या करता है, क्या हैसियत है, इल्मी हैसियत क्या है, कुछ नहीं पता, ठीक है जी। तो ये सिर्फ एक समझ ले कि सोशल मीडिया पे बताने के लिए की बातें हैं ये। इसकी हकीकत हाल अभी तक हमें तो नहीं पता। किसी को कोई पता है तो वो बता दे। हो सकता है कि जब ये मुनाजरे का चैलेंज एक्सेप्ट कर ले तो
आमने सामने जब हम होंगे तो हो सकता है मैं फिर ये सवाल उनको करूं कि आपकी हैसियत क्या है। ठीक है, हम लोग तो देखिए ऑफिशियल है, हमारी तस्वीर भी सामने है, लोग हमें जानते हैं, हमारी पहचान है एक, ताकि हमारे इलाके तक का सारी दुनिया को पता है। तो आपकी क्या हैसियत है, आप कौन है, क्या है? हाँ जी, तो ये बातें बाद में करेंगे, लेकिन मुझे नहीं लगता कि ऐसी नौबत है, कभी भी नहीं, कभी भी नहीं। इन्होंने सिर्फ ये करना है कि अपनी ब्रांड लगानी है, किसी की ब्रांड पर भी नहीं जाना इन्होंने। आप इनकी ब्रांड पे जाके अगर इतराज करेंगे आपको ब्लॉक कर देंगे, ठीक है, ब्लॉक कर देंगे बस। ना रवे बांस ना बजे बांसुरी। सिर्फ इनके करीब वो ही 2-4 दोस्त इनके रह सकते हैं जो इनकी हाँ में हाँ मिलाएं, जैसे वो कियानी साहब है, जमीर कियानी साहब, या कोई शायद कादियानी, सारे उनकी हाँ में हाँ मिलाते हैं, वो ही रह सकते हैं, बसूरत दिगर और कोई नहीं टिकेगा। इधर से हमारे दोस्त अपना खून जितना मर्जी गर्म कर लें, जितना मर्जी अतावले हो, कुछ भी, कोई उनकी सेहत पे कोई असर पड़ेगा ही नहीं, कुछ भी नहीं। या तो आपकी ब्राडों के जरिए से जनाब उनकी ब्राड बंद हो जाए, बंदा बैन हो जाए हमेशा के लिए। बात समझ आती है, बात समझ आती है जी। आपकी इस कार्रवाई से एक फवायद मुरतब हुए, या उसकी बंदे की जुबान बंदी हो जाए, वो भी नहीं आप कर सकते, कभी भी नहीं कर सकते। मतलब किसी सूरत में भी आप जितना भी अपना खून गरमा लें, जो मर्जी कर लें, कुछ भी नहीं होना। और ये सिर्फ एक बंदे के साथ ही नहीं है, सोशल मीडिया की हर आईडी के साथ ये मामला है। हर बंदा इसमें, मैं भी शामिल हूं, आप भी शामिल है, वो भी शामिल है, सारे शामिल, कि हर बंदा यहां पे आजाद है, कोई भी किसी की जुबान बंदी कर ही नहीं सकता। ये नहीं है कि मिसाल है कि हम किसी बंदे के बारे में इख्तलाफ में कोई काम करते हैं तो या तो उसका दरवाजा बंद कर देना, नहीं, ऐसा हो नहीं सकता। तो इसका मैंने एक हल पेश किया था एक अरसा पहले, उस पे दोस्तों ने अमल किया ही नहीं है, तो मर्जी है फिर। वो ये था कि मैंने कहा कि जो ऐसे बंदे हैं उनको ब्लॉक करते हैं, बस बैन कर दे। एक बैन का बटन होता है नीचे, उसको बंदे को बैन कर दे। ना ही उसकी आईडी आपके सामने आए, ना उसकी ब्रांड आपके सामने आए, ना उसके वो अल्फाज आपके कानों को टकराए, आपकी समातों से टकराए, तो बस वो अपनी जगह पे खुश, आप अपनी जगह पे खुश, बस इतना ही है। यही हल है और कोई हल है ही नहीं। आप जितना मर्जी करते रहे कोई भी, और यहां पर सोशल मीडिया, भाई ये सोशल मीडिया है, कोई भी मजाज नहीं है कि किसी बंदे को पूछे हाँ भाई ये तूने ये क्यों किया, हाँ, कोई भी नहीं सुनेगा, कोई भी नहीं सुनेगा। हाँ जी, इसका जवाब मुझे चाहिए, जवाब चाहिए, ये नहीं, ये तरीका ही नहीं है ही नहीं। हर बंदा आजाद है, हर बंदा चौधरी है, हर बंदा बदमाश है, हर बंदा जनाब अपनी एक हैसियत रखता है, हर बंदा यहाँ पे मगरूर है, मुतकब्बिर है। क्या मतलब, ऐसे ये तो कोई रवैया ही नहीं है। हाँ, मुझे जवाब दो। तो इसका फिर तरीका ये होता है कि जिससे कोई इख्तलाफ हो उसको बैन कर, बस, अल्लाह खैर, निकल भाई यहां से। तो दूसरा ये तरीका है कि इल्मी डिबेट हो, आमने सामने आके भाई डिबेट कर लो, अगर तुम्हें कोई इख्तलाफ है तो हमारे साहिब इल्म बंदे के सामने बैठ के तुम डिबेट कर लो, ये है तरीका कर। तो जी, मैंने बात कर लिया, किसी ने को करनी है तो कर ले। पहुंच गई है कामरान वीडियो? जी मुफ्ती साहब आ गई अल्हम्दुलिल्लाह। उसको फिर अपने तरीके से या आप लोग अपलोड कर दें। मैंने तो अपील की हुई है, पता नहीं वो अपील भी नहीं, ये इंशाल्लाह लग जाएगी, वो नहीं, वो आप करने से पहले वो अपील जरा एक दफा ना, अगर नेक्स्ट टाइम कभी हो ना वीडियो आपकी उसी टाइम कम्युनिटी गाइडलाइन में जाए, तो आपने कुछ नहीं करना, आपने उस वक्त ना सिर्फ एक वीडियो भेज देनी है उसकी बना के, ठीक है। वो फिर मैं आपको बताऊंगा दूंगा कि किसको आपने क्लिक करना है। वो आज के बाद आपकी इस तरह की कोई भी वीडियो जो है ना वो कम्युनिटी गाइडलाइन में जाएगी नहीं। अच्छा, तो हूं नहीं बना के भेज दियो वीडियो। नहीं, ਉਹ ਜਿਹੜੀ ਤੁਹਾਨੂੰ ਆਂਦੀ ਹੈ ਨਾ, ਉਹ ਕਮਿਊਨਿਟੀ ਗਾਈਡਲਾਈਨ ਦੀ, ਉਹ ਜਿੱਥੇ ਸਬਮਿਟ ਕਰੀਦਾ, ਉਹਦੇ ਵਿੱਚ ਜਿਹੜਾ ਹੈ ਨਾ ਉਹ ਆਪਸ਼ਨ ਹੁੰਦੇ ਨੇ, ਉਹਦੀ ਵੀਡੀਓ ਤੁਸੀਂ ਬਣਾਓਗੇ ਨਾ, ਫਿਰ ਮੈਂ ਤੁਹਾਨੂੰ ਦੱਸਾਂਗਾ ਕਿਹੜੇ ਆਪਸ਼ਨ ਨੂੰ ਤੁਸੀਂ ਦਬਾਣਾ ਹੈ,
ਉਹ ਜਦੋਂ ਫਿਰ ਤੁਸੀਂ ਉਹਨੂੰ ਡਿਸਐਗਰੀ ਕਰੋਗੇ ਉਸ ਆਪਸ਼ਨ ਨੂੰ ਦਬਾਓਗੇ, ਫਿਰ ਉਸ ਤੋਂ ਬਾਅਦ ਨੈਕਸਟ ਟਾਈਮ ਵੀ ਨਹੀਂ ਹੋਵੇਗਾ ਇਹੋ ਜਿਹਾ। ਅਗਰ ਨੈਕਸਟ ਟਾਈਮ ਹੋਏ ਫਿਰ ਉਹੀ ਦਬਾਓ, ਉਹ ਤਕਰੀਬਨ 10-15 ਮਿੰਟ ਬਾਅਦ ਉਹ ਦੁਬਾਰਾ ਵਾਪਸ ਘੱਲ ਦਿੰਦੇ ਨੇ। ਅਤੇ ਕਰੋ ਨਾ, ਮੇਰੀਆਂ 3-4 ਵੀਡੀਓ ਪਈਆਂ ਜੇ ਕਮਿਊਨਿਟੀ ਗਾਈਡਲਾਈਨ। ਹਾਂਜੀ, ਉਹ ਮੈਨੂੰ ਸੈਂਡ ਕਰੋ ਨਾ, ਉਹਦੀ ਉਹ ਕੀ ਉਹਨੂੰ ਆਖੀਦਾ ਉਹ ਜਿਹੜੀ ਤੁਹਾਨੂੰ ਉਹਨੂੰ ਸਬਮਿਟ ਕਰ ਦਿੱਤਾ। ਸਬਮਿਟ ਤੇ ਕੀਤੀਆਂ ਨੇ, ਹਰ ਇੱਕ ਨੂੰ ਮੈਂ ਕਰ ਦੇਣਾ। ਸਬਮਿਟ ਕਰਨ ਤੋਂ ਪਹਿਲਾਂ ਜਿਹੜਾ ਹੈ ਨਾ, ਸਬਮਿਟ ਕਰਨ ਤੋਂ ਪਹਿਲਾਂ ਜਿਹੜੇ ਥੱਲੇ ਆਪਸ਼ਨ ਦਿੰਦੇ ਨੇ, ਇੱਕ ਮਿੰਟ ਮਲਕ ਜੀ ਇਹ ਨਾ ਯਾਰ ਡਬਲ ਟੈਪ ਨਹੀਂ ਹੋ ਰਿਹਾ ਹੈਗਾ, ਸਿਰਫ 5 ਮਿੰਟ ਲਾਇਓ ਮਿਹਰਬਾਨੀ ਯਾਰ, ਠੀਕ ਹੈ ਮਿਹਰਬਾਨੀ। ਤੇ ਉਹ ਤੁਸੀਂ ਨੈਕਸਟ ਟਾਈਮ ਜਿਹੜਾ ਨਾ ਉਹ ਕਰਿਓ ਤੇ ਉਹਦਾ ਜਿਹੜਾ ਨਾ ਆ ਜਾਏਗਾ, ਮੈਂ ਫਿਰ ਇਨਸ਼ਾਅੱਲਾ। ਬਹਰਹਾਲ ਡਾਕਟਰ ਹੋਲੀ ਸਪੀਟ ਦਾ ਬਸ ਇਹੋ ਹੀ ਹੈ ਕਿ ਇਹਨੂੰ ਆਮਨੇ ਸਾਹਮਣੇ ਬਿਠਾਇਆ ਜਾਏ ਕਿਸੇ ਸਾਹਿਬ ਇਲਮ ਦੇ। ਉਹ ਸੁਣਿਆ ਜੇ ਹੁਣ ਜ਼ਿਆਰਸੁਲ ਵੀ ਗਿਆ ਸੀ ਤੇ ਉਹਨੂੰ ਵੀ ਬਲਾਕ ਕਰ ਛੜਿਆ ਉਹਨੇ, ਤੇ ਉਹ ਐਨਜੀਓ ਨੇ ਕਰੀ ਜਾਣਾ। ਉਹ ਜਿਹੜਾ ਬੋਲਣ ਵਾਲਾ ਹੋਏਗਾ, ਕੋਈ ਮਤਲਬ ਫੜਨ ਵਾਲਾ ਹੋਏਗਾ, ਉਹਨੂੰ ਬਲਾਕ ਕਰੀ ਜਾਏਗਾ। ਫਿਰ ਇਹਦਾ ਕੋਈ ਹੱਲ ਨਹੀਂ ਨਾ ਹੈ। ਹੱਲ ਕੀ ਹੈ? ਹੁਣ 2-4 ਬੰਦੇ ਭਾ ਕੇ ਤੇ ਆਪਣੀ ਉਹ ਬਦਜ਼ਬਾਨੀ ਉਹ ਤੇ ਆਪਣੇ ਹੀ ਮੈਂ ਕੀ ਕਰ ਸਕਨੇ ਆ ਜਨਾਬ। ਹਾਂਜੀ, ਉਹ ਮੈਂ ਦੇਖ ਰਿਹਾ ਯੂਸਫ ਨੂੰ ਬਿਠਾਇਆ ਸੋ ਯੂਸਫ ਵੀ ਬਹਿਸ ਕਰ ਰਿਹਾ, ਤੂੰ ਇੰਜ ਨਾ ਕਰਿਆ ਕਰ, ਜ਼ਿਆਦਤੀ ਕਰਨਾ ਪਿਆ। ਅੱਗੋਂ ਆਪਣੀਆਂ ਦਲੀਲਾਂ ਦੇਈ ਜਾ ਰਿਹਾ ਤਾਂ ਅਗਲੇ ਦੀ ਗੱਲ ਸੁਣਦਾ ਕੋਈ ਨਹੀਂ ਪਿਆ। ਨਹੀਂ ਉਹ ਨਹੀਂ ਇੰਜ ਨਹੀਂ, ਇਹਦਾ ਤਰੀਕਾ ਹੈ ਜੇ ਫਿਰ ਇੱਕੋ ਵਾਰੀ ਫਿਰ ਆਮਨੇ ਸਾਹਮਣੇ ਬਿਠਾ ਕੇ ਬੰਦਾ ਗੱਲ ਕਰੇ। ਹੁਣ ਯੂਸਫ ਭਾਈ ਵੀ ਲੱਗੇ ਨੇ ਉਹਨੂੰ ਸਮਝਾਉਣ, ਮੈਂ ਥੋੜਾ ਜਿਹਾ ਗਿਆ ਅਜੇ ਵੀ ਬਰਾੜ ਜਾਰੀ ਹੈ ਜੀ, ਜਾਰੀ ਹੈ ਜੀ ਬਿਲਕੁਲ। ਤੇ ਅਫਜ਼ਲ ਵਡੈਜ ਵੀ ਬੈਠਾ ਉਹਦੇ ਕੋਲ, ਉਹ ਉਹਦੇ ਨਾਲ ਥੋੜੀ ਬਹੁਤੀ ਮੈਥ ਦੇ ਰਿਹਾ ਉਹਨੂੰ। ਅਫਜ਼ਲ ਵਡੈਜ ਵੀ ਪਤਾ ਨਹੀਂ ਕੋਈ ਅਜੀਬੋ ਗਰੀਬ ਜਿਹਾ, ਅੱਜ ਤੱਕ ਉਹਦੀ ਵੀ ਨਹੀਂ ਸਮਝ ਆਈ, ਪਤਾ ਨਹੀਂ ਕੀ ਅਜੀਬ ਉਹ ਉੱਥੇ ਬਹਿ ਕੇ ਮੁਫਤੀ ਸਾਹਿਬ ਉੱਥੇ ਬਹਿ ਕੇ ਉਹ ਮਾਜ਼ਅੱਲਾ ਉਹ ਖਤਮੇ ਨਬੂਵਤ ਮੁਜਾਹਿਦਾਂ ਨੂੰ ਗਾਲਾਂ ਪੇ ਕੱਢਦਾ ਸੀ। ਉਹ ਪਤਾ ਨਹੀਂ ਅਜੀਬ ਜੀ ਉਹਦੀ ਜ਼ਿਹਨੀਅਤ ਹੈ। ਉਹ ਆਪਣੀ ਬਰਾੜ ਵੀ ਲਾਂਦਾ ਤੇ ਕਾਦੀਆਨੀਆਂ ਨੂੰ ਬਰਾੜ ਬਿਠਾ ਕੇ ਵਾਹ ਵਾਹ ਵਾਹ, ਜਦੋਂ ਸਾਡਾ ਕੋਈ ਜਾ ਕੇ ਮਿਰਜ਼ੇ ਕਾਦੀਆਨੀ ਨੂੰ ਕੋਈ ਕਰੇ ਤੇ ਉਹ ਅਜੀਬ ਜੀ ਉਹਦੀ ਵੀ ਜ਼ਿਹਨੀਅਤ ਅਜੀਬ ਜੀ। ਬਸ ਇਹ ਸੋਸ਼ਲ ਮੀਡੀਆ ਭਾਈ, ਇੱਥੇ ਨਹੀਂ ਕਿਸੇ ਨੂੰ ਕੋਈ ਫੜ ਹੀ ਨਹੀਂ ਸਕਦੇ ਤੁਸੀਂ। ਬੰਦਾ ਕੌਣ ਹੈ, ਉਹਦੇ ਅਗਰਾਜ਼ੋ ਮਕਾਸਦ ਕੀ ਨੇ, ਨਹੀਂ ਫੜ ਸਕਦੇ ਵੀ ਭਾਈ ਡਬਲ ਟੈਪ ਨਾ ਕਰੋ, ਕੋਈ ਬੰਦਾ ਡਬਲ ਟੈਪ ਨਾ ਕਰੇ ਭਾਈ। ਤੇ ਉਹ ਇਹ ਵੇ ਕਿ ਬਹਰਹਾਲ ਆਪਣਾ ਆਪਣਾ ਕੰਮ ਕਰੋ। ਅਸਲ ਚ ਨਾ ਅਸੀਂ ਫਿਰ ਆਪਣੇ ਕੰਮ ਤੋਂ ਰਹਿ ਜਾਾਂਗੇ। ਮੈਂ ਜਿਹੜਾ ਇੱਕ ਹੱਲ ਕੱਢਿਆ ਨਾ 4 ਚਫੱਲੇ ਵੇਖ ਕੇ, ਕਿ ਆਪਣਾ ਨਾ ਸਿਰ ਸੁੱਟ ਕੇ ਆਪਣਾ ਫਿਰ ਕੰਮ ਕਰੀ ਜਾਓ, ਆਪਣਾ ਕਰੀ ਜਾਓ, ਫਿਰ ਇੱਧਰ ਉੱਧਰ ਨਾ ਵੇਖੋ ਬਸ। ਨਹੀਂ ਤੇ ਤੁਸੀਂ ਆਪਣੇ ਕੰਮਾਂ ਤੋਂ ਰਹਿ ਜਾਓਗੇ। ਹੁਣ ਵੇਖੋ ਨਾ, ਤੁਸੀਂ ਵੇਖੋ ਆਏ ਦਿਨ ਮੇਰੀ ਕੋਈ ਨਈ ਕਿਤਾਬ ਆਈ ਹੁੰਦੀ ਹੈ ਅਲਹਮਦੁਲਿਲਾ। ਅਗਰ ਇੰਨੀ ਸਿਰ ਪੀੜ ਲਈਏ ਤੇ ਕਿਤਾਬਾਂ ਆਣ, ਦੱਸੋ ਕਿੰਝ ਜਾਣਗੀਆਂ? ਤੇ ਉਹ ਇਹ ਹੀ, ਮੈਂ ਇੱਕ ਕਾਇਦਾ ਕੁਲੀਆ ਆਪਣੀ ਜ਼ਿੰਦਗੀ ਦਾ ਬਣਾਇਆ ਹੈ ਕਿ ਸਿਰ ਸੁੱਟ ਕੇ ਨਾ ਬਸ਼ਰ ਸ਼ਾਹ ਲੱਗਾ ਰਹਿ। ਨਹੀਂ ਤੇ ਤੂੰ ਨਾ ਅਗਰ ਇਹਨਾਂ ਚੱਕਰਾਂ 'ਚ ਪਿਆ ਨਾ, ਤੂੰ ਆਪਣੇ ਕੰਮੋਂ ਵੀ ਰਹਿ ਜਾਣਾ। ਤੇ ਉਹ ਮੈਂ ਫਿਰ ਨਾ ਮੈਂ ਲੱਗਾ ਹੀ ਰਹਿਣਾ ਵਾ, ਥੋੜਾ ਬਹੁਤ ਆਪਣਾ ਲੱਗਾ ਹੀ ਰਹਿਣਾ ਵਾ। ਇਹ ਗੱਲਾਂ ਨੇ। ਤੇ ਅੱਲਾਹੁ ਅਕਬਰ। ਮਲਕ ਜੀ ਮੁਫਤੀ ਸਾਹਿਬ। ਚਲੋ ਪਹਿਲੇ ਤੇ ਕਦੀ ਨਹੀਂ ਅਰਜ਼ ਕੀਤਾ ਤੇ ਅੱਜ ਮੈਂ ਅਰਜ਼ ਕਰ ਰਿਹਾ ਵਾਂ ਤੁਹਾਨੂੰ ਅਫੀਸ਼ੀਅਲੀ ਅਰਜ਼ ਕਰ ਰਿਹਾ ਜੀ ਜੀ। ਹਾਂ, ਉਹ ਇਹ ਵੇ ਕਿ ਮੁੰਡਿਆਂ ਕੋਲ ਕੰਮ ਲਈਦਾ ਹੁੰਦਾ ਹੈ। ਇੱਕ ਗੱਲ ਜ਼ੇਨ ਚ ਰੱਖਿਆ ਜੇ, ਕੰਮ ਲਈ ਕੰਮ ਨਾ ਲਵੋਗੇ ਸੁਸਤ ਹੋ ਜਾਣਗੇ, ਤਵੱਜੋ ਹਟ ਜਾਏਗੀ, ਤਵੱਜੋ ਵੱਟ ਜਾਏਗੀ, ਉਹ ਉਸ ਕੰਮ ਦੀ ਅਹਿਮੀਅਤ ਖਤਮ ਹੋ ਜਾਏਗੀ ਜੀ। ਫੌਜ ਦੇ ਵਿੱਚ ਨਾ, ਫੌਜ ਚ ਕੀ ਹੁੰਦਾ ਵੇ ਕਿ ਉਹਨਾਂ ਨੂੰ ਭਾਰੀ ਤਨਖਾਹ ਦਿੱਤੀ ਜਾਂਦੀ ਹੈ ਇੱਕ ਫੌਜੀ ਨੂੰ, ਔਰ ਉਹ ਫੌਜੀ ਜਿਹੜੇ ਨੇ ਉਹਨਾਂ ਨੂੰ ਜੰਗਾਂ ਤੇ ਲੱਗਦੀਆਂ ਨੇ ਸਾਲ ਬਾਅਦ, ਲੇਕਿਨ ਉਹਨਾਂ ਨੂੰ ਮਸਰੂਫ ਰੱਖਦੇ ਨੇ ਕਿਸੇ ਨਾ ਕਿਸੇ ਕੰਮ। ਐਵੇਂ ਹੀ ਜਨਾਬ ਇੱਥੇ ਹੁਣ ਖੱਡਾ ਖੋਦੋ, ਚਲੋ ਹੱਲ ਜੋਤੋ ਬਈ। ਹਲਾ ਫੌਜੀ ਦਾ ਕੰਮ ਹੱਲ ਜੋਤਣਾ ਤੇ ਨਹੀਂ, ਸਫਾਈਆਂ ਤੇ ਲਾ ਦੇਣਗੇ, ਸਫਾਈ ਕਰੋ ਬਈ, ਝਾੜੂ ਫੜੋ ਤੇ ਸਫਾਈ ਕਰਨੀ ਸ਼ੁਰੂ ਕਰ ਦੇ। ਇਹ ਵੀ ਕਿਸੇ ਕੰਮ ਲਾਈ ਰੱਖਦੇ ਨੇ ਫੌਜੀ ਨੂੰ, ਉਹਨੂੰ ਚੈਨ ਨਾਲ ਬਹਿਣ ਨਹੀਂ ਦਿੰਦੇ।
ਜੰਗ ਤੇ ਕਿਤੇ ਸਾਲਾਂ ਬਾਅਦ ਹੁੰਦੀ ਏ, ਲੇਕਿਨ ਨਹੀਂ, ਫੌਜੀ ਦਾ ਹਰ ਦਿਨ ਹਰ ਮਿੰਟ ਜਿਹੜਾ ਹੈ ਉਹਦਾ ਮਸਰੂਫੀਅਤ ਚ ਗੁਜ਼ਰਦਾ। ਇੰਝ ਹੀ ਆਪਣੇ ਮੁੰਡਿਆਂ ਨੂੰ ਵੀ, ਜਿਹੜੇ ਮੁਬੱਲਿਗੀਨ ਨੇ ਖਤਮੇ ਨਬੂਵਤ ਨੇ, ਇਹਨਾਂ ਨੂੰ ਵੀ ਮਸਰੂਫ ਰੱਖਣਾ। ਹੁਣ ਇਹਨਾਂ ਦੀ ਮਸਰੂਫੀਅਤ ਇਹਨਾਂ ਦੇ ਇਤਬਾਰ ਨਾਲ ਮਸਰੂਫ ਇਹਨਾਂ ਨੂੰ ਰੱਖਾਂਗੇ ਅਸੀਂ। ਜੇ ਤੇ ਬੰਦਾ ਵੇ ਇਲਮੀ ਬੰਦਾ ਹੈ ਤੇ ਉਹਨੂੰ ਫਿਰ ਇਲਮ ਦੇ ਵਿੱਚ ਮਸਰੂਫ ਰੱਖਾਂਗੇ ਅਸੀਂ, ਕਿ ਉਹਦੇ ਕੋਲ ਇਲਮੀ ਕੰਮ ਲਵਾਂਗੇ। ਠੀਕ ਹੈ ਜੀ। ਜੇ ਬੰਦਾ ਆਲਿਮ ਨਹੀਂ, ਪੈਸੇ ਵਾਲਾ, ਉਹਨੂੰ ਫਿਰ ਅਸੀਂ ਪੈਸੇ 'ਚ ਮਸਰੂਫ ਰੱਖਾਂਗੇ, ਸਰਕਲ 'ਚ ਰੱਖਾਂਗੇ, ਕਿ ਤਾਂ ਕਿ ਉਹ ਜੇਬੂ ਪੈਸਾ ਕੱਢਦਾ ਰਵੇ ਖਤਮੇ ਨਬੂਵਤ ਦੇ ਉੱਤੇ, ਔਰ ਖਤਮੇ ਨਬੂਵਤ ਦੇ ਕੰਮਾਂ ਦੇ ਉੱਤੇ, ਔਰ ਇਸ ਕੰਮ ਦੀ ਤਰਵੀਜੋ ਇਸ਼ਾਅਤ ਦੇ ਉੱਤੇ ਉਹ ਆਪਣਾ ਜੇਬ 'ਚ ਪੈਸਾ ਲਾਂਦਾ ਰਵੇ, ਤਾਂ ਕਿ ਉਹ ਜੁੜਿਆ ਰਵੇ, ਉਹਨੂੰ ਅਹਮੀਅਤ ਦਾ ਪਤਾ ਲੱਗਦਾ ਰਵੇ। ਸਮਝ ਆਈ ਕਿ? ਤੇ ਉਹ ਇਹ ਸੂਰਤ ਹੈ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਮਸਰੂਫ ਰੱਖਣਾ ਹੈ ਖਤਮੇ ਨਬੂਵਤ ਦੇ ਕੰਮਾਂ ਦੇ ਵਿੱਚ। ਜੇ ਇਹਨਾਂ ਨੂੰ ਛੱਡ ਦਿੱਤਾ ਢਿੱਲਾ, ਤੇ ਉਹ ਫਿਰ ਨਿਕਲ ਜਾਣਗੇ ਕਿਸੇ ਹੋਰ ਤਰਫ, ਉਹ ਨਿਕਲਣਗੇ ਗਾਲੀ ਗਲੋਚ ਦੀ ਤਰਫ, ਉਹ ਫਜ਼ੂਲ ਵਕਤ ਬਰਬਾਦੀ ਦੀ ਤਰਫ, ਐਵੇਂ ਕਹਾਣੀਆਂ ਦੀ ਤਰਫ, ਕਹਾਣੀਆਂ ਨਾ ਹੁੰਦੀਆਂ, ਕਹਾਣੀਆਂ ਬਹਿ ਕੇ ਸੁਣਾਉਂਦੇ ਆ ਰਹਿਣਾ ਕਹਾਣੀਆਂ, ਉਹ ਕਹਾਣੀਆਂ ਦੀ ਤਰਫ ਨਿਕਲ ਜਾਣਗੇ। ਯਾਨੀ ਇੱਧਰ ਉੱਧਰ ਸੋਚ ਉਹਨਾਂ ਦੀ ਡਿਵਰਟ ਹੋ ਜਾਏਗੀ, ਬੰਦਾ ਤੁਹਾਡੇ ਹੱਥੋਂ ਨਿਕਲ ਜਾਏਗਾ, ਉਹ ਬੰਦਾ ਉਹ ਫਾਰਗ ਹੋ ਜਾਏਗਾ, ਬਿਲਕੁਲ ਇੱਕ ਜਿਹਨੂੰ ਕਹਿੰਦੇ ਫਾਰਗ। ਹੁਣ ਕਾਮਰਾਨ, ਮੈਂ ਤੁਹਾਡੀ ਇੱਕ ਅਗਰ ਸੂਰਤ ਹਾਲ ਵੇਖਾਂ, ਤੁਹਾਡੀ ਪੂਰੀ ਬਰਾੜ ਦੇ ਉੱਤੇ ਸਿਰਫ ਇੱਕ ਤੂੰ ਹੋਵੇ ਜਿਹਨੂੰ ਅਕੀਦਾ ਖਤਮੇ ਨਬੂਵਤ ਦਾ ਵੀ ਕੁਝ ਪਤਾ ਹੈ, ਜਿਹਨੂੰ ਰੱਦੇ ਕਾਦੀਆਨੀਅਤ ਵੀ ਹੁੰਦਾ ਹੈ, ਜਿਹਨੂੰ ਗੱਲ ਕਰਨ ਦਾ ਵੱਲ ਵੀ ਹੁੰਦਾ ਹੈ, ਕਾਦੀਆਨੀ ਨੂੰ ਫੜਨ ਦਾ ਤਰੀਕਾ ਵੀ ਹੁੰਦਾ ਹੈ, ਹੋਰ ਤਕਰੀਬਨ ਕੋਈ ਵੀ ਨਹੀਂ, ਕੋਈ ਸਾਰੇ ਤਕਰੀਬਨ ਫਾਰਗ ਨੇ। ਮੇਰੇ ਅਗਰ ਮੈਨੂੰ ਪੁੱਛਿਆ ਜਾਏ ਸਾਰੀ ਫਾਰਗ ਕੋਲ, ਇਹਨਾਂ ਨੂੰ ਨਾ ਇਸਤੇਮਾਲ ਚ ਲਿਆਣਾ, ਇਹਨਾਂ ਨੂੰ ਹਰਕਤ ਚ ਰੱਖਣਾ। ਠੀਕ ਹੈ, ਤੇ ਹਰਕਤ ਚ ਰੱਖਣ ਦਾ ਇੱਕ ਤਰੀਕਾ ਹੈ, ਸਾਰੀ ਤਮਹੀਦ ਬਣਨ ਤੋਂ ਬਾਅਦ ਇੱਕ ਤਰੀਕਾ ਹੈ, ਇਹ ਰਿਸਾਲੇ ਆ ਰਹੇ ਨੇ ਮੇਰੇ ਛੋਟੇ ਛੋਟੇ 15-16 ਸਫ਼ੇ ਦੇ ਰਿਸਾਲੇ ਨੇ, ਐਡਾ ਕੋਈ ਮੁਸ਼ਕਲ ਤੇ ਨਹੀਂ ਹੈ। ਤੇ ਇਹ ਤਾਂ ਹੀ 16 ਸਫ਼ੇ ਦੇ ਅਸੀਂ ਕੱਢੇ ਸਨ ਕਿ ਮਿਰਜ਼ਾ ਕਾਦੀਆਨੀ ਹਰਾਮੀ, ਮਿਰਜ਼ਾ ਕਾਦੀਆਨੀ ਠਰਕੀ, ਮਿਰਜ਼ਾ ਕਾਦੀਆਨੀ ਸਦੂਮੀ, ਮਿਰਜ਼ਾ ਕਾਦੀਆਨੀ ਸ਼ਰਾਬੀ, ਮਿਰਜ਼ਾ ਕਾਦੀਆਨੀ ਜ਼ਾਨੀ ਔਰ ਦੀਗਰ ਸਾਇਲ ਇਨਸ਼ਾਅੱਲਾਹ ਤਾਲਾ ਆ ਰਹੇ ਨੇ। ਕਿ ਇਹ ਨਾ ਇੱਕ ਤੇ ਪੜ੍ਹਨ ਦੇ ਵਿੱਚ ਬੜੀ ਆਸਾਨੀ ਹੈ, ਤੇ ਦੂਸਰਾ ਛਪਵਾਉਣ ਦੇ ਵਿੱਚ ਬੜੀ ਆਸਾਨੀ, ਛਪਵਾਉਣ ਦੇ ਵਿੱਚ ਬੜੀ ਆਸਾਨੀ। 1000 ਰੁਪਇਆ ਸਿਰਫ 10,000 ਸੋਰੀ ਹਜ਼ਾਰ ਨੇ, 10,000 ਰੁਪਏ ਦੇ ਵਿੱਚ 1000 ਰਿਸਾਲਾ ਛਪ ਜਾਂਦਾ। ਯਾਨੀ ਸਮਝ ਲਓ 10 ਰੁਪਏ ਦੀ ਇੱਕ ਕਾਪੀ ਪੈਂਦੀ ਹੈ, 10 ਰੁਪਏ ਦੀ, 10 ਰੁਪਏ ਦੀ ਇੱਕ ਕਾਪੀ। ਤੇ ਉਹ ਇਹਨਾਂ ਮੁੰਡਿਆਂ ਵਾਸਤੇ ਇੱਕ ਤੇ ਛਪਵਾਉਣਾ ਬੜਾ ਆਸਾਨ, ਕਿਉਂਕਿ ਇਲਮੀ ਤੇ ਇਹ ਹੈ ਨਹੀਂ। ਇਹਨਾਂ ਨੂੰ ਫਿਰ ਮਸਰੂਫ ਰੱਖਿਆ ਜਾਏ ਕਿ ਤੁਸੀਂ ਯਾਰ ਚਲੋ ਅੱਜ ਮੁਫਤੀ ਸਾਹਿਬ ਦੇ ਰਸਾਇਲੋ ਜਰਾਏ ਨਾ ਛਪਵਾਇਆ ਕਰੋ ਬਈ। ਕਿ ਗੱਲ ਹੈ ਵੇ ਕਿ ਇਹ ਛਪਵਾਉਣਗੇ, ਜੇਬੂ ਪੈਸਾ ਕੱਢਣਗੇ, ਇਹਨਾਂ ਨੂੰ ਇਹ ਜੁੜੇ ਰਹਿਣਗੇ, ਇਹਨਾਂ ਨੂੰ ਅਹਮੀਅਤ ਇਸ਼ਕ ਦੇ ਵਿੱਚ ਇਜ਼ਾਫਾ ਹੋਏਗਾ, ਇਸ਼ਕ ਰਸੂਲ 'ਚ ਇਜ਼ਾਫਾ ਹੋਏਗਾ। ਸਮਝ ਆਈ ਕਿ ਨਹੀਂ? ਔਰ ਇਹਨਾਂ ਨੂੰ ਪਤਾ ਵੀ ਚੱਲੇਗਾ ਅਹਮੀਅਤ, ਜੇਬੂ ਜਦੋਂ ਪੈਸਾ ਨਿਕਲੇਗਾ ਨਾ, ਉਸ ਕੰਮ ਦੀ ਅਹਮੀਅਤ ਵੀ ਇਹਨਾਂ ਨੂੰ ਪਤਾ ਰਵੇਗੀ ਕਿ ਭਾਈ ਵਾਕਈ ਭਾਈ ਕੰਮ ਦੀ ਤੇ ਅਹਮੀਅਤ ਹੈ ਵੇ। ਫਿਰ ਅਗਲੀ ਇਹ ਵੀ ਹੁੰਦਾ ਵੇ ਕਿ ਉਹ ਜ਼ੇਨ ਦੇ ਵਿੱਚ ਇੱਕ ਚੀਜ਼ ਬਹਿ ਜਾਂਦੀ ਏ ਕਿ ਮੈਂ ਯਾਰ ਚਲੋ, ਭਾਵੇਂ ਉਹ ਮੂੰਹ ਇਕਰਾਰ ਨਾ ਕਰੇ, ਲੇਕਿਨ ਉਹਦਾ ਜ਼ਮੀਰ ਇੱਕ ਮੁਤਮਿਨ ਹੁੰਦਾ ਹੈ ਕਿ ਮੈਂ ਯਾਰ ਖਤਮੇ ਨਬੂਵਤ ਦਾ ਕੰਮ ਕਰ ਰਿਹਾ, ਮੈਂ ਖਤਮੇ ਨਬੂਵਤ ਦਾ ਕੰਮ ਕਰ ਰਿਹਾ। ਹਾਲਾਂਕਿ ਉਹਨੂੰ ਪਤਾ ਹੁੰਦਾ ਕਿ ਮੈਂ ਜਾਹਿਲ ਹਾਂ, ਲੇਕਿਨ ਉਹ ਸਾਥ ਉਹਦਾ ਜ਼ਮੀਰ ਉਹਨੂੰ ਇਤਮੀਨਾਨ ਦਿੰਦਾ ਹੈ ਕਿ ਯਾਰ ਤੂੰ ਹੈ ਤੇ ਜਾਹਿਲ ਹੈ, ਤੈਨੂੰ ਬੋਲਣ ਦਾ ਵੱਲ ਨਹੀਂ, ਤੇਰੇ ਕੋਲ ਇਲਮ ਨਹੀਂ, ਲੇਕਿਨ ਤੂੰ ਕਮ ਅਜ਼ ਕਮ ਮਾਲੀ ਤੌਰ ਤੇ ਇੱਕ ਖਿਦਮਤ ਕਰ ਰਿਹਾ ਤੇ ਅੱਲਾ ਕਬੂਲ ਕਰ ਲੈ। ਫਿਰ ਉਹਦੇ ਵਸੀਲੇ ਨਾਲ ਉਹ ਦੁਆਵਾਂ ਕਰਦਾ ਅੱਲਾ ਦੇ ਨਾਲ ਕਿ ਅੱਲਾ ਸੋਹਣਿਆ ਮੈਂ ਇੱਕ ਖਤਮੇ ਨਬੂਵਤ ਦਾ ਕੰਮ ਕੀਤਾ ਹੈ, ਇਹਦੇ ਸਦਕੇ ਵਸੀਲੇ ਨਾਲ ਮੇਰੀ ਇਹ ਮੁਸ਼ਕਲ ਹੈ, ਅੱਲਾ ਸੋਹਣਿਆ ਆਸਾਨ ਕਰ ਦੇ। ਤੇ ਗੈਬੀ ਤੌਰ ਤੇ ਅੱਲਾ ਫਿਰ ਉਹ ਸੁਣਦਾ ਵੀ ਹੈ, ਕਬੂਲ ਵੀ ਕਰਦਾ। ਇਹਦੇ ਫਵਾਇਦ ਮੁਰਤਬ ਹੋਣਗੇ।
ਸਮਝ ਆਈ ਕਿ ਨਹੀਂ? ਤੇ ਮੈਂ ਸਮਝਦਾ ਵਾਂ ਕਿ ਸਾਰੇ ਸਾਡੇ ਬੱਚਿਆਂ ਨੂੰ ਇਹ ਕੰਮ ਕਰਨਾ ਚਾਹੀਦਾ। ਅਸੀਂ ਵੇਖੋ ਆਲਿਮ ਲੋਕ, ਅਸੀਂ ਸਿਰਫ ਲਿਖ ਸਕਨੇ ਆ, ਤਹਕੀਕਾਤ ਕਰ ਸਕਨੇ ਆ। ਉਹ ਦੂਸਰੇ ਕੰਮ ਕਰਨਾ ਮੁਖੱਯਰਤ ਰਾਤ ਦਾ ਹੀ ਕੰਮ ਹੈ ਜਿੰਨਾ ਕੋਲ ਪੈਸਾ ਹੈ। ਕੀ ਖਿਆਲ ਹੈ? ਇਹ ਆਲਿਮ ਦੋਵੇਂ ਕੰਮ ਤੇ ਮੁਸ਼ਕਲ ਹੋ ਜਾਏਗੀ ਨਾ, ਕਿ ਉਹ ਨਾਲ ਮਤਲਬ ਹੈ ਵੇ ਕਿ ਇਲਮੀ ਕੰਮ ਵੀ ਕਰੇ ਤੇ ਨਾਲ ਮਤਲਬ ਉਹਦੀ ਇਸ਼ਾਅਤ ਵੀ ਖੁਦ ਹੀ ਕਰੇ, ਉਹ ਮੁਸ਼ਕਲ ਹੋ ਜਾਏਗੀ। ਹੋ ਸਕਦਾ ਐਸਾ ਕੋਈ ਮੁਸ਼ਕਲ ਨਹੀਂ, ਲੇਕਿਨ ਉਹ ਥੋੜੀ ਜਿਹੀ ਮੁਸ਼ਕਲ ਜਿਹੀ ਹੋ ਜਾਣੀ ਹੈ। ਸਮਝ ਆਈ ਕਿ ਨਹੀਂ? ਤੇ ਇਹ ਕੰਮ ਸਾਰੇ ਭਾਈ ਸਾਡੇ ਮੁੰਡਿਆਂ ਨੂੰ ਕਰਨੇ ਚਾਹੀਦੇ ਨੇ। ਰਿਸਾਲੇ ਮੇਰੇ ਨਵੇਂ ਜਿਹੜੇ ਆ ਰਹੇ ਨੇ ਛਪਦੇ ਨਹੀਂ ਜੇ ਪਏ। ਪਹਿਲੇ ਮੈਂ ਥੋੜੀ ਜਿਹੀ ਸਖਤੀ ਕੀਤੀ ਸੀ ਤੇ ਉਹ ਛਪ ਵੀ ਜਾਂਦੇ ਸਨ। ਮੈਂ ਦੱਸਾਂ ਕਿ ਭਾਈ ਇਹ ਕਿਤਾਬ ਆ ਗਈ ਏ ਤੇ ਇਹ ਉਹਨਾਂ ਤੱਕ ਮੈਂ PDF ਜਾਰੀ ਨਹੀਂ ਕਰਨੀ ਜਿੰਨਾ ਤੱਕ ਇਹ ਛਪੇਗਾ ਨਹੀਂ। ਤੇ ਉਹ ਮੈਂ PDF ਜਾਰੀ ਪਹਿਲੇ ਹੀ ਕਰ ਦਿੱਤੀਆਂ ਤੇ ਉਹ ਕਿਤਾਬਾਂ ਮੇਰੀਆਂ ਸਟਕ ਹੋ ਗਈਆਂ ਨੇ, ਉਹ ਬਲਾਕ ਹੋ ਗਈਆਂ ਨੇ, ਉਹ ਜਾਮ ਹੋ ਗਈਆਂ ਨੇ, ਉਹ ਛਪਦੀਆਂ ਨਹੀਂ ਪਈਆਂ। ਤੇ ਹੁਣ ਅੱਗੋਂ ਵੀ ਯਕੀਨ ਜਾਨੋ, ਅੱਗੋਂ ਕਿਤਾਬਾਂ ਲਿਖਣ ਤੇ ਵੀ ਇੱਕ ਦਿਲ ਜਿਹਾ ਨਹੀਂ ਕਰ ਰਿਹਾ। ਉਹ ਇੱਕ ਅੰਦਰੋਂ ਮੈਂ ਵੀ ਇਨਸਾਨ ਆ ਯਾਰ, ਮੇਰੇ ਅੰਦਰ ਵੀ ਦਿਲ ਵੇ, ਨਫਸ ਹੈ ਮੇਰੇ ਅੰਦਰ। ਤੇ ਸਾਡੇ ਉੱਤੇ ਸ਼ੈਤਾਨ ਦੇ ਹਮਲੇ ਸਾਡੇ ਉੱਤੇ ਵੀ ਹੁੰਦੇ ਨੇ। ਅਸੀਂ ਕੋਈ ਸ਼ੈਤਾਨ ਤੋਂ ਮਹਿਫੂਜ਼ ਤੇ ਨਹੀਂ ਹੈ, ਸਭ ਕੁਝ ਹੀ ਹੈ। ਤੇ ਉਹ ਇੱਕ ਡਿਸਾਰਡ ਜਿਹਾ ਹੋ ਗਿਆ ਥੋੜਾ ਜਿਹਾ, ਸਮਝ ਲਓ ਕਿ ਯਾਰ ਛਪਦੀਆਂ ਪਈਆਂ ਕੋ ਨਹੀਂ, ਮੈਂ ਅੱਗੋਂ ਲਿਖੀ ਜਾਵਾਂ, ਪਿਛਲੀਆਂ ਛਪਦੀਆਂ ਨਹੀਂ ਪਈਆਂ। ਤੇ ਉਹ ਐ ਵੇ ਕਿ ਥੋੜਾ ਜਿਹਾ ਤੁਸੀਂ ਕੋਈ ਸਮਝ ਲਓ ਕਿ ਇਸ ਕੰਮ ਨੂੰ ਅੱਗੇ ਲੈ ਕੇ ਜਾ ਸਕਦੇ ਹੋ ਕਿ ਬਈ ਉਹ ਸਾਨੂੰ ਵੀ ਇੱਕ ਖੁਸ਼ੀ, ਮੁਸੰਨਿਫ ਨੂੰ ਇੱਕ ਖੁਸ਼ੀ ਹੁੰਦੀ ਏ ਕਿ ਯਾਰ ਮੇਰਾ ਕੰਮ ਜਿਹੜਾ ਹੈ ਨਾ ਉਹ ਲੋਕਾਂ ਦੇ ਸਾਹਮਣੇ ਜਾ ਰਿਹਾ, ਛਪ ਗਏ, ਹਾਂਜੀ ਇਹਦੀ ਇਸ਼ਾਅਤ ਹੋ ਗਈ ਹੈ। ਉਹ ਮੁਸੰਨਿਫ ਨੂੰ ਖੁਸ਼ੀ ਹੁੰਦੀ ਹੈ। ਤੁਸੀਂ ਤੇ ਕਦੀ ਕੋਈ ਕਿਤਾਬ ਲਿਖੀ ਨਹੀਂ, ਤੁਹਾਨੂੰ ਕੀ ਪਤਾ ਮੁਸੰਨਿਫ ਨੂੰ ਕਿੰਨਾ ਦਰਦ ਹੁੰਦਾ ਹੈ। ਉਹ ਜਦੋਂ ਉਹਦੀ ਕਿਤਾਬ ਕੋਈ ਛਪੇ ਨਾ ਤੇ ਉਹ ਕਿੰਨੇ ਮਸਾਇਲ ਹੁੰਦੇ ਨੇ। ਅੱਛਾ, ਇੱਥੇ ਚਲੋ ਇੱਕ ਹੋਰ ਐਲਾਨ ਵੀ ਨਾਲ ਕਰਦਾ ਚਲਾਂ, ਇਹਨਾਂ ਰਿਸਾਲਿਆਂ ਦੀ ਹੁਣ ਮੈਂ ਇੰਗਲਿਸ਼ ਟਰਾਂਸਲੇਸ਼ਨ ਵੀ ਕਰਵਾ ਰਿਹਾ ਹਾਂ, ਠੀਕ ਹੈ। ਉਹ ਸਾਡੇ ਇੱਕ ਬੜੇ ਪਿਆਰੇ ਮੇਰੇ ਦੋਸਤ, ਮੇਰੇ ਸ਼ਾਗਿਰਦ ਵੀ ਨੇ, ਉਹਨਾਂ ਨੇ ਮੇਰੀ ਦੀਗਰ ਕਿਤਾਬਾਂ ਦੇ ਵੀ ਇੰਗਲਿਸ਼ ਟਰਾਂਸਲੇਟ ਕੀਤੀ ਹੈ। ਤੇ ਅੱਜ ਹੀ ਉਹਨਾਂ ਨੇ ਮੈਨੂੰ ਮੇਰੇ ਇਹ ਜਿਹੜਾ ਰਿਸਾਲਾ ਨਾ ਹਰਾਮੀ, ਮਿਰਜ਼ਾ ਹਰਾਮੀ 8ਵਾਂ ਰਿਸਾਲਾ, ਉਹਦੀ ਇੰਗਲਿਸ਼ ਟਰਾਂਸਲੇਟ ਕਰਕੇ ਭੇਜੀ ਹੈ। ਔਰ ਕਾਮਰਾਨ ਤੈਨੂੰ ਮੈਂ ਉਹਦੀ PDF ਪਹੁੰਚਾ ਦਿੱਤੀ ਆ, ਤੇਰੇ ਤੱਕ ਪਹੁੰਚ ਗਈ ਆ, ਉਹ ਚੈੱਕ ਕਰ। ਤੇ ਉਹਨਾਂ ਨੇ ਕਿਹਾ ਕਿ ਭਾਈ ਉਸਤਾਦ ਜੀ ਤੁਹਾਡੇ ਸਾਰੇ ਰਸਾਲਿਆਂ ਦੀ ਇੰਗਲਿਸ਼ ਮੈਂ ਕਰ ਦਿੰਦਾ। ਤੇ ਨਾਮ ਉਹਨਾਂ ਨੇ ਰੱਖਿਆ ਮਿਰਜ਼ਾ ਕਾਦੀਆਨੀ ਦਾ ਸੁਦਾਮਿਸਟ। ਇੰਗਲਿਸ਼ ਨਹੀਂ ਮੈਨੂੰ ਆਉਂਦੀ ਤੇ ਬਹਰਾਲ ਜੋੜ ਤੋੜ ਮੈਂ ਕਰ ਲੈਣਾ ਹੁੰਦਾ ਥੋੜੇ ਬਹੁਤ। ਤੇ ਇਹ ਵੇਖੋ ਹੁਣ ਇੰਗਲਿਸ਼ ਵੀ ਹੋ ਰਹੀਆਂ ਨੇ ਹੈ, ਤੇ ਦੋਵੇਂ ਤਰੀਕਿਆਂ ਨਾਲ। ਇਹ ਉਸਾਫ ਬੇਟਾ ਬੈਠਾ ਵੇ, ਉਹ ਕਹਿੰਦਾ ਸੀ ਮੈਨੂੰ ਇੰਗਲਿਸ਼ ਚ ਅਗਰ ਹੋਏਗੀ ਤੇ ਗੱਲ ਸਹੀ ਸਮਝ ਆਣੀ ਹੈ। ਚਲੋ ਉਹ ਵੀ ਕੰਮ ਹੋ ਗਿਆ ਹੈ, ਤੇ ਇਹ ਹੁਣ ਇੰਗਲਿਸ਼ ਵੀ ਹੋ ਜਾਏਗੀ, ਸਾਰੇ ਰਸਾਲੇ ਹੋ ਜਾਣਗੇ ਇਨਸ਼ਾਅੱਲਾ। ਲੇਕਿਨ ਇਹ ਵੇ ਕਿ ਗੱਲ ਇਹ ਵੇ ਕਿ ਇਹ ਚੀਜ਼ਾਂ ਜਦੋਂ ਛਪਣਗੀਆਂ ਮਤਬੂਆ, ਇਹਨੂੰ ਕਹਿੰਦੇ ਮਤਬੂਆ ਹੋ ਗਈਆਂ ਹੈ। ਤੇ ਜਿੰਨਾ ਤੱਕ ਛਪਦੀ ਨਹੀਂ ਤੇ ਉਹਨੂੰ ਕਹਿੰਦੇ ਨੇ ਗੈਰੇ ਮਤਬੂਆ, ਕਿ ਉਹ ਛਪੀ ਨਹੀਂ ਅਜੇ। ਤੇ ਜਦੋਂ ਛਪ ਜਾਏ ਤੇ ਉਹਨੂੰ ਕਹਿੰਦੇ ਨੇ ਮਤਬੂਆ। ਤੇ ਇਹਨਾਂ ਨੂੰ ਭਾਈ ਇਹਨਾਂ ਸਭ ਨੂੰ ਮਤਬੂਆਤ ਬਣਾਉਣਾ ਤੁਸੀਂ, ਸਮਝ ਆਈ ਕਿ ਨਹੀਂ? ਮਜ਼ੀਦ ਅਗਰ ਰਸਾਲੇ ਚਾਹੁੰਦੇ ਹੋ ਜਾਂ ਤਹਕੀਕਾਤ ਚਾਹੁੰਦੇ ਹੋ ਕਿ ਮੁਫਤੀ ਬਸ਼ਰ ਤੂੰ ਅੱਗੇ ਹੋਰ ਲਿਖ, ਤੇ ਫਿਰ ਉਹਦੇ ਆਸਤੇ ਤੁਹਾਨੂੰ ਤੁਰਨਾ ਪੈਣਾ ਸਾਡੇ ਨਾਲ। ਤੁਰੋਗੇ ਨਹੀਂ ਤੇ ਅੱਲਾ ਨਾ ਕਰੇ ਵੈਸੇ ਐਸੇ ਕਦੀ ਨਹੀਂ ਹੋਏਗਾ ਇਨਸ਼ਾਅੱਲਾ ਕਿ ਅਸੀਂ ਸੁਸਤ ਹੋ ਜਾਈਏ ਫਿਰ। ਹਾਂਜੀ ਇਨਸ਼ਾਅੱਲਾ ਮੈਂ ਬਕਾਇਦਾ ਤੌਰ ਦੇ ਉੱਤੇ ਆਪਣੇ ਮੁੰਡਿਆਂ ਜਿਹੜੇ ਹੈ ਨੇ ਇਹਨਾਂ ਸਾਰਿਆਂ ਦੇ ਜ਼ਿੰਮੇ ਨਾ ਇਹਦਾ ਤਰੀਕਾ ਕਰ, ਇੱਕ ਮੁੰਡੇ ਦੇ ਜ਼ਿੰਮੇ ਉਹਦੀ ਹੱਡੀ ਪਸਲੀ ਵੇਖ ਕੇ ਨਾ 1 ਰਸਾਲਾ ਜਾਂ 2 ਜਾਂ 3 ਰਸਾਲੇ ਉਹਨੂੰ ਕਹਿ ਦਿਓ ਤੇ ਤੂੰ ਕਰਵਾਣੇ ਨਹੀਂ ਬਾਈ। ਮੈਂ ਤੁਹਾਨੂੰ ਸਹੀ ਦੱਸਦਾ ਜੇ ਪਿਆ। ਨਹੀਂ ਇਨਸ਼ਾਅੱਲਾ ਪਸਲੀ ਵੇਖ ਕੇ ਨਾ ਕਿ ਭਾਈ ਇੰਨੀ ਕੋਈ ਫੇਟੀ ਚੱਲ ਜਾਏਗਾ, ਉਹਨੂੰ ਕਹੋ ਭਾਈ ਇੰਨੇ ਕਰਾ ਨਹੀਂ ਭਾਈ। ਮਾਸ਼ਾਅੱਲਾ ਸਾਰੇ ਹੀ ਆਪਣੇ ਅਲਹਮਦੁਲਿਲਾ ਠੀਕ ਨੇ। ਤੇ ਮੈਂ ਉਂਝ ਵੀ ਚਲੋ ਤੁਸੀਂ ਇਹ ਗੱਲ ਲਾਈਵ ਦੇ ਉੱਤੇ ਕੀਤੀ, ਮੈਂ ਚਲੋ ਲਾਈਵ ਤੇ ਕਰਦਾ। ਮੈਨੂੰ ਨਾ ਪਿਛਲੇ ਦਿਹਾੜੇ ਨਾ ਇੱਕ ਫੋਨ ਆਇਆ ਸੀ
ਤੇ ਜਦੋਂ ਤੁਸੀਂ ਮੇਰੀ ਲਾਈਵ ਦੇ ਉੱਤੇ ਬੈਠੇ ਸੋ ਤੇ ਪਤਾ ਮੇਰੀ ਲਾਈਫ ਦੇ ਉੱਤੇ ਜਦੋਂ ਤੁਸੀਂ ਬੈਠੇ ਹੋਵੋ ਤੇ ਫਿਰ ਉਹ ਬੰਦੇ ਜਿਹੜਾ ਨਾ ਮੈਨੂੰ ਆਂਦੇ ਨੇ ਕਿ ਜਿਹੜਾ ਨਾ ਉਹ ਹਿਸਾਬ ਕਿਤਾਬ ਤੇ ਮੈਨੂੰ ਨਾ ਥੋੜੀ ਜਿਹੀ ਆਵਾਜ਼ਾਰੀ ਹੋਈ ਦੀ ਸੀ ਤੇ ਮੈਂ ਆਖਿਆ ਸੀ ਮੈਂ ਕਿਹਾ ਭਾਈ ਉਹਨਾਂ ਨੂੰ ਮੈਂ ਘੱਲਿਆ ਸੀ ਮਿਰਜ਼ੇ ਕਾਦੀਆਨੀ ਦੀ ਜਿਹੜੀ ਤੁਸੀਂ ਘੱਲੀ ਸੀ ਨਾ PDF ਜਿਹੜੀ ਸਦੂਮ ਹਾਂ गांडू ਆਹੋ यार लफ्ज सीधे सीधे बोलिया कर मेरे नाल ਸਹੀ ਉਹ ਨਾ ਮੈਂ ਆਖਿਆ ਮੈਂ ਕਿਹਾ ਯਾਰ ਗੱਲ ਹੈ ਵੇ ਉਹਨੇ ਮੈਨੂੰ ਨਾ ਕੁਝ ਕਿਹਾ ਸੀ ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਪਹਿਲੀ ਤੇ ਗੱਲ ਹੈ ਵੇ ਕਿ ਮੈਂ ਕੋਈ ਨਹੀਂ ਉਹ ਕਹਿੰਦਾ ਮੁਫਤੀ ਸਾਹਿਬ ਨੂੰ ਇਹ ਮੈਂ ਘੱਲੀ ਆ ਸਦੂਮੀ ਮੈਨੂੰ ਉਹਨਾਂ ਨੇ ਘੱਲੀ ਸੀ ਤੇ ਮੈਂ ਕਿਹਾ ਉੱਤੇ ਨੰਬਰ ਲਿਖਿਆ ਤੇ ਮੈਂ ਕਿਹਾ ਕੰਟੈਕਟ ਕਰ ਲੈ ਕਹਿੰਦਾ ਸਿਰਫ ਮੈਨੂੰ लिखिया हुआ नंबर ਹਾਂ ਮੈਂ ਕਿਹਾ ਯਾਰ ਉਹ ਸਿਰਫ 10 ਤੋਂ ਕਹਿੰਦਾ 10-15 ਦਿਨ ਜਰਾ ਠਹਿਰ ਜਾ ਮੈਂ ਚੱਲਾਂ ਮੈਂ ਉੱਥੇ ਹੀ ਪਾਕਿਸਤਾਨ ਹੀ ਤੇ ਮੈਂ ਕਿਹਾ ਮੈਂ ਨਹੀਂ ਚਲੋ ਹੁਣ ਤੁਸੀਂ ਗੱਲ ਕੀਤੀ ਹੈ ਤੇ ਮੈਂ ਤੁਹਾਨੂੰ ਕਹਿ ਦਿੰਨਾ ਅਸਲ ਹੈ ਵੀ ਮੈਂ ਨਾ ਆਪਣਾ ਨਾਮ छुपवान दे सिलसिले च राबता करना सी किसी ने ਜੀ नहीं कोई अजे तक किसी ने नहीं जे कीता ਨਹੀਂ ਉਹ ਪਾਕਿਸਤਾਨ ਆ ਰਹੇ ਆ ਨਾ अच्छा जी आ रहे ਮੈਂ ਉਹਨੂੰ ਆਖਿਆ ਸੀ ਮੈਂ ਕਿਹਾ ਇੱਕ ਵਾਰੀ ਵਿਜ਼ਿਟ ਮੈਂ ਸਹੀ ਕਰਕੇ ਦੱਸਦਾ ਜੇ ਪਿਆ ਨਹੀਂ ਮੈਂ ਉਹਨੂੰ ਆਖਿਆ ਸੀ ਇਹਨਾਂ ਸਾਰਿਆਂ ਨੂੰ ਹਰਕਤ 'ਚ ਰੱਖਣਾ ਪੈਣਾ ਹੈ ਹਰਕਤ ਮੈਂ ਉਹਨੂੰ ਕਿਹਾ ਸੀ ਕਿ ਜਦੋਂ ਜਾਂਦੇ ਹੋ ਨਾ ਤੇ ਮੇਰਾ ਜ਼ਿਹਨ ਪਤਾ ਕੀ ਸੀ ਲਾਈਵ ਹੈ ਹੁਣ ਮੇਰਾ ਮੈਂ ਕਿ ਜਾਮਿਆ ਜਿਹੜਾ ਹੈ ਨਾ ਵਿਜ਼ਿਟ ਕਰਕੇ ਆਓ ਸਮਝਿਓ ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਗੱਲ ਸਮਝਿਓ ਹਾਂਜੀ ਉਹ ਮੈਂ ਆਖਿਆ ਮੈਂ ਕਿ ਜਾਮਿਆ ਜ਼ਰਾ ਨਾ ਤੁਸੀਂ ਵਿਜ਼ਿਟ ਕਰ ਆਓ ਤੇ ਮੈਂ ਜੋ ਵੀ ਮਾਮਲਾ ਤੋਂ ਹੋਣਗੇ ਤੁਸੀਂ ਸਾਹਮਣੇ ਹੀ ਹੋਵੋਗੇ ਮੈਂ ਚਲੋ ਹੁਣ ਤੁਸੀਂ ਗੱਲ ਕੀਤੀ ਮੈਂ ਕਿਹਾ ਯਾਰ ਮੈਨੂੰ ਨਾ ਵਿੱਚ ਪਾਓ ਠੀਕ ਹੈ ਕਿ ਉਹਨਾਂ ਨੂੰ ਇਹ ਨਾ ਹੋਵੇ ਕਿ ਯਾਰ ਇਹ ਮਲਕ ਨੇ ਆਇਆ ਤੇ ਮੈਂ ਕਿਹਾ ਯਾਰ ਤੁਸੀਂ ਆਪਸ ਦੇ ਵਿੱਚ ਹੀ ਡਾਇਰੈਕਟ ਹੋਵੋ ਨਾ ਠੀਕ ਹੈ ਮੈਂ ਕਿਹਾ ਬਿਹਤਰ ਇਹ ਹੋ ਜਾਏਗਾ ਤੇ ਇਨਸ਼ਾਅੱਲਾ ਮੈਂ ਉਹਨਾਂ ਨੂੰ ਵੀ ਕਹਿਣਾ ਉਹ ਵੀ ਆਉਣ ਵਾਲੇ ਹੀ ਨੇ ਉਹ ਜਿਹੜਾ ਨਾ ਤੇ ਬਾਕੀ ਆਪਣੇ ਮੁੰਡਿਆਂ ਨਾਲ ਵੀ ਇਨਸ਼ਾਅੱਲਾ ਗੱਲ ਕਰਨੇ ਆ ਤੇ ਇਹ ਵੇ ਕਿ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਣਾ ਨਾਮ ਨਾ ਹੀ ਆਵੇ ਠੀਕ ਹੈ ਤੇ ਬਿਹਤਰ ਹੀ ਇਹੀ ਹੁੰਦਾ ਵੇ ਕਿਉਂਕਿ ਜਦੋਂ ਕੰਮ ਮਾਲਕਾਂ ਦਾ ਕਰਨਾ ਤੇ ਫਿਰ ਆਪਣਾ ਨਾਂ ਕੀ ਹੈ ਕੁਝ ਵੀ ਨਹੀਂ ਹਾਂ ਇਨਸ਼ਾਅੱਲਾ ਤੁਹਾਡੀ ਕਿ ਅੱਲਾ ਕਰੇ ਸਾਨੂੰ ਕੋਈ ਇੰਜ ਦੇ ਬੰਦੇ ਮਿਲ ਜਾਣ ਜਿਹੜਾ ਪਰਮਾਨੈਂਟ ਮੁਫਤੀ ਮੁਬਸ਼ਰ ਦੀਆਂ ਕਿਤਾਬਾਂ ਦਾ ਠੇਕਾ ਚੁੱਕ ਲੈਣ ਹੈ ਤੇ ਮੁਬਸ਼ਰ ਸ਼ਾਹ ਲਿਖੀ ਜਾ ਤੇ ਛਪਵਾਈ ਅਸੀਂ ਜਾਵਾਂਗੇ ਤੂੰ ਲਿਖੀ ਜਾ ਬਸ ਭਾਵੇਂ ਤੇਰੀ ਰੋਜ਼ਾਨਾ ਦੀ ਇੱਕ ਕਿਤਾਬ ਵੀ ਆਈ ਨਾ ਛਪਵਾਵਾਂਗੇ ਅਸੀਂ ਹੋਈ ਤੁਸੀਂ ਦੁਆ ਕਰੋ ਇੰਜ ਦੇ ਵੀ ਸਾਨੂੰ ਪਿਆਰੇ ਲੱਭ ਜਾਣ ਕੋਈ 2-4 ਤੇ ਇਹਨੇ ਮੁੱਕਦਾ ਨਹੀਂ ਕੰਮ ਤੁਹਾਨੂੰ ਕਿਹਾ ਦੁਆ ਕਰੋ ਅੱਲਾ ਖੈਰ ਕਰੇ ਇੱਕ ਪੇਮੈਂਟ ਫਸੀ ਹੈ ਉਹ ਠੀਪਾ ਟੈਪ ਨਹੀਂ ਸਹੀ ਵਾਲੀ ਪੇਮੈਂਟ ਫਸੀ ਹੈ ਸਭ ਸੈੱਟ ਹੋ ਜਾਏਗਾ ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਫਿਰ ਤੁਹਾਨੂੰ ਕਹਿਣਾ ਕਿ ਤੁਸੀਂ ਸਿਰਫ ਲਿਖੀ ਜਾਓ ਤੇ ਬਾਕੀ ਹਰ ਮਹੀਨੇ ਦਾ ਜਿਹੜਾ ਹਿਸਾਬ ਕਿਤਾਬ ਹੋਏਗਾ ਉਹ ਮੈਂ ਤੇ ਤੁਸੀਂ ਇਕੱਠੇ ਹੀ ਜਾਣੀ ਨਹੀਂ ਹੁਣ ਤੇ ਮਹੀਨੇ ਵਾਲਾ ਨਹੀਂ ਹੁਣ ਤੇ ਕੰਮ ਕੁਝ ਹੋਰ ਹੋ ਗਿਆ ਯਕੀਨ ਮੰਨਿਓ ਅੱਲਾ ਸੋਨੇ ਦੇ ਹੁਕਮ ਨਾਲ ਅੱਲਾ ਸੋਨੇ ਦੇ ਫਜ਼ਲ ਨਾਲ ਮੈਂ ਅਗਰ ਚਾਹਾਂ ਨਾ ਡਟ ਕੇ ਬਵਾਂ ਕੋਈ 3 ਘੰਟੇ ਜ਼ਿਆਦਾ ਨਹੀਂ 3 ਘੰਟੇ ਦੇ ਵਿੱਚ ਮੈਂ ਇੱਕ ਰਿਸਾਲਾ 16 ਸਫ਼ੇ ਦਾ ਤਿਆਰ ਕਰ ਸਕਦਾ ਇੱਕ ਮੌਜੂ ਤੇ ਮੌਜੂਆਤ ਹਜ਼ਾਰਾਂ ਨੇ ਹਜ਼ਾਰਾਂ ਇੱਕ ਦੋ ਮੌਜੂ ਨਹੀਂ ਮੈਂ ਚਾਹੁੰਦਾ ਪਿਆ ਮਿਰਜ਼ੇ ਕਾਦੀਆਨੀ ਦੀ ਪੂਰੀ ਜਿਹੜੀ ਜ਼ਿੰਦਗੀ ਹੈ ਨਾ ਉਹਨੂੰ ਮੈਂ ਛੋਟੇ ਰਸਾਇਲ ਦੇ ਵਿੱਚ 16 ਸਫ਼ਿਆਂ ਦੇ ਵਿੱਚ ਪੇਸ਼ ਕਰਾਂ ਇਹ ਬੜਾ ਵੱਡਾ ਪ੍ਰੋਜੈਕਟ ਹੈ ਕੋਈ ਛੋਟਾ ਪ੍ਰੋਜੈਕਟ ਨਹੀਂ ਲੇਕਿਨ ਇਹ ਅੱਗੇ ਟੁਰਾਂਗਾ ਤੇ ਤਾਦੀ ਨਾ ਕਿ ਭਾਈ ਇਹ ਕੋਈ ਟੁਰਨ ਜੋਗਾ ਛੱਡਣਗੇ ਸਾਨੂੰ ਨਹੀਂ ਇਹ ਮਾਸ਼ਾਅੱਲਾ ਇਹ ਜਿਹੜਾ ਕੰਮ ਹੈ ਨਾ ਮੁਫਤੀ ਸਾਹਿਬ ਬਹੁਤ ਹੀ ਅੱਛਾ ਵੇ ਇਹ ਜਿਹੜਾ ਹੈ ਨਾ 15-16 ਸਫ਼ੇ ਵਾਲਾ ਇਹ ਤੇ ਬਹੁਤ ਹੀ ਕਮਾਲ ਕਿਸਮ ਦਾ ਕਿਉਂਕਿ ਮੈਂ ਕੰਮ ਕੀ ਕਰ ਰਿਹਾ ਹਾਂ ਕਿ ਮਤਲਬ ਇਹ ਕਿਤਾਬ ਆਖਰ ਚ ਨਜ਼ਰ ਆ ਰਿਹਾ ਇਹ 2 ਹਵਾਲੇ ਲਾਏ ਜੇ ਮੈਂ ਅਸਲ ਕਿਤਾਬਾਂ ਦੇ ਸਕੈਨ ਕਾਦੀਆਨੀ ਇਹ ਵੇਖੋ ਇਹ ਸਕੈਨ ਲਾਏ ਜੇ ਇਹ ਵੇਖੋ 10 ਹਵਾਲੇ ਦਿੱਤੇ ਨੇ ਮਿਰਜ਼ੇ ਨੂੰ ਹਰਾਮੀ ਸਾਬਤ ਕਰਨ ਵਾਸਤੇ 10 ਹਵਾਲੇ ਉਹਨਾਂ ਦੀ ਕਿਤਾਬਾਂ ਚੋਂ ਇਹ ਜਿਹੜਾ ਕੰਮ ਹੈ ਨਾ ਬੜਾ ਕੀਮਤੀ ਕੰਮ ਹੈ ਕਿ ਸਾਡੀ ਕੌਮ ਤੱਕ ਉਹ ਜਿਹੜੀ ਨਾ ਓਰੀਜਨਲ ਹਵਾਲਾ ਪਹੁੰਚਦਾ ਓਰੀਜਨਲ ਇੱਕ ਤੇ ਹੁੰਦਾ ਕਿ ਟੈਕਸਟ ਇਹ ਵੇਖੋ ਨਾ ਇਹਦੇ ਸ਼ੁਰੂ ਦੇ ਵਿੱਚ ਟੈਕਸਟ ਤੇ ਗੱਲ ਕੀਤੀ ਟੈਕਸਟ ਇੱਕ ਵੇ ਓਰੀਜਨਲ ਹਵਾਲਾ ਇਹ ਜਿਹੜਾ ਬੜਾ ਕੀਮਤੀ ਸਾਡੀਆਂ ਆਮ ਕਿਤਾਬਾਂ ਨੇ ਨਾ ਜਿਹੜੀਆਂ ਰੱਦੇ ਕਾਦੀਆਨੀਆਂ ਤੇ ਲਿਖੀਆਂ ਉਹਨਾਂ ਤੇ ਇਹ ਵਾਲਾ ਵੇ ਹਿਸਾਬ ਕਿਤਾਬ ਕਿ ਬਈ ਉਹ ਸਿਰਫ ਟੈਕਸਟ ਦੇ ਵਿੱਚ ਜੇ ਗੱਲ ਕਰਦੇ ਨੇ ਓਰੀਜਨਲ ਕਿਤਾਬਾਂ ਦੇ ਸਕੈਨ ਨਹੀਂ ਲਾਉਂਦੇ ਉਹ ਬਸਾ ਔਕਾਤ ਸਾਡੇ ਵਰਗਾ ਮੁਹੱਕਿਕ ਆਦਮੀ ਨੂੰ ਅਸਲ ਹਵਾਲਾ ਲੱਭਣ ਚ ਬੜੀ ਦਿੱਕਤ ਹੁੰਦੀ ਹੈ ਕਿ ਯਾਰ ਇਹ ਕਿੱਥੋਂ ਮੈਂ ਲੱਭਾਂ ਲੇਕਿਨ ਉਹ ਅਸਲ ਹਵਾਲਾ ਹੀ ਜਦੋਂ ਨਾਲ ਲੱਗ ਗਿਆ ਸੋਨੇ ਤੇ ਸੁਹਾਗਾ ਚੱਸ ਆ ਜਾਂਦੀ ਹੈ ਜ਼ਾਤੀ ਤੌਰ ਤੇ ਮੈਨੂੰ ਇੰਜ ਦਾ ਕੰਮ ਕਰਕੇ ਖੁਦ ਖੁਸ਼ੀ ਹੁੰਦੀ ਹੈ
ਕਿ ਇੱਕ ਬੜਾ ਮਜ਼ਬੂਤ ਜਿਹਾ ਲੋਹਾ ਤੋੜ ਕੰਮ ਹੈ, ਲੋਹਾ ਕੰਮ, ਕਿ ਤੁਸੀਂ ਦਲੀਲ ਦੇ ਨਾਲ ਇੱਕ ਅਸਲ ਚੀਜ਼ ਲਾ ਕੇ ਇੱਕ ਗੱਲ ਕੀਤੀ ਏ। ਇਹ ਆਈਡੀਆ ਮੈਨੂੰ ਪਤਾ ਕਿੱਥੋਂ ਆਇਆ ਸੀ ਜੇ, ਇਹ 16 ਸਫ਼ਿਆਂ ਦਾ। ਮੇਰੇ ਕੋਲ ਪੁੱਛਦੇ ਹੁੰਦੇ ਸਨ ਹਵਾਲੇ ਮੁੰਡੇ, ਇਹ ਫਲਾਂ ਚੀਜ਼ ਦਾ ਸਕੈਨ ਸੈਂਡ ਕਰਿਆ ਜੇ, ਫਲਾਂ ਸਕੈਨ ਸੈਂਡ ਕਰਿਆ ਜੇ। ਉਦੋਂ ਫਿਰ ਮੇਰੇ ਜ਼ਿਹਨ ਚ ਆਇਆ ਕਿ ਕਿਉਂ ਨਾ ਇੰਜ ਕੀਤਾ ਜਾਏ ਕਿ ਸਕੈਨ ਵੀ ਅਗਲੇ ਕੋਲ ਟੁਰ ਜਾਏ ਤੇ ਉਹਦੇ ਥੋੜਾ ਜਿਹਾ ਸਮਝਾਇਆ ਵੀ ਜਾਏ ਕਿ ਇਹ ਗੱਲ ਇੰਜ ਤਰੀਕੇ ਨਾਲ ਸਾਬਤ ਹੁੰਦੀ ਏ। ਤੇ ਉੱਥੋਂ ਮੇਰਾ 16 ਸਫ਼ਿਆਂ ਦਾ ਮੇਰੇ ਜ਼ਿਹਨ ਚ ਆਇਆ ਸੀ। ਅਸਲ ਇਹ ਲੋਕਾਂ ਨੂੰ ਇੱਕ ਸਕੈਨ ਪਹੁੰਚਾਉਣਾ ਮਖਸੂਸ ਸੀ, ਕਿ ਜਿਹੜੇ ਮੇਰੇ ਕੋਲ ਆ ਕੇ ਪੁੱਛਦੇ ਹੁੰਦੇ ਸਨ ਕਿ ਉਹ ਸਕੈਨ ਸੈਂਡ ਕਰਿਆ ਜੇ ਸ਼ਾਹ ਜੀ, ਉਹ ਫਲਾਂ ਸਕੈਨ। ਹੁਣ ਕੀ ਹੁੰਦਾ ਹੈ, ਹੁਣ ਆ ਕੇ ਕੋਈ ਮੇਰੇ ਕੋਲ ਅਗਰ ਸਕੈਨ ਪੁੱਛੇਗਾ ਤੇ ਅਗਰ ਤੇ ਮੈਂ ਕੋਈ ਰਸਾਲਾ ਉਸ ਮੌਜੂ ਤੇ ਲਿਖਿਆ ਹੈ ਤਾਂ ਰਸਾਲੇ ਸੈਂਡ ਕਰ ਦੇਂਗੇ। ਲੋ ਜੀ, ਸਮਝ ਆਈ ਕਿ ਨਹੀਂ? ਉਹ ਇੱਕ ਸਕੈਨ ਮੇਰੇ ਕੋਲ ਲੈਣ ਆਇਆ ਸੀ, ਉਸ ਮੌਜੂ ਤੇ ਪੂਰਾ ਉਹਨੂੰ ਮਵਾਦ ਮਿਲ ਜਾਏ। ਉਹ ਹੈ ਅਸਲ ਦੇ ਵਿੱਚ। ਹੁਣ ਵੀ ਮੈਂ ਇਹ ਕਾਪੀ ਮੇਰੇ ਕੋਲ ਯਕੀਨਨ ਰੱਖੀ ਏ। ਦਿਨ ਭਰ ਦੇ ਵਿੱਚ ਮੇਰੇ ਕੋਲ ਜੋ ਸਕੈਨ ਮੰਗਣ ਹੁੰਦੇ ਨੇ ਨਾ ਕੌਮ, ਮੈਂ ਬਲਕਿ ਉਹ ਮੌਜੂ ਹੀ ਲਿਖ ਲੈਣਾ ਕਿ ਆਇੰਦਾ ਮੈਂ ਇਸ ਮੌਜੂ ਦੇ ਉੱਤੇ ਪੂਰਾ ਰਸਾਲਾ ਲਿਖਣਾ। ਹਾਂ ਉਹ ਹੈ ਅੱਲਾਹੁ ਨਹੀਂ ਇਨਸ਼ਾਅੱਲਾ ਇਸ ਚੀਜ਼ ਦੇ ਉੱਤੇ ਅਮਲ ਹੋਏਗਾ ਤੇ ਬਗੈਰ ਟਿਕਟੌਕ ਤੋਂ ਹੋਵੇਗਾ ਇਨਸ਼ਾਅੱਲਾ। ਬਿਲਕੁਲ ਠੀਕ। ਅੱਛਾ ਯਾਰ, ਨਾਲੇ ਦੂਸਰਾ ਇੱਕ ਮਤਲਬ ਚੱਲ ਗੱਲ ਟੁਰੀ ਹੋਈ ਹੈ ਤੇ ਪੁੱਛ ਲਾ, ਇਹ ਜਿਹੜੀ ਗਿਫਟਿੰਗ ਹੁੰਦੀ ਏ ਮੈਂ ਤੇ ਇਹਨੂੰ ਕਢਵਾਉਂਦਾ ਨਹੀਂ, ਮੈਨੂੰ ਉਹਦਾ ਤਰੀਕਾ ਹੀ ਨਹੀਂ ਪਤਾ। ਜੀ ਸੁਣਿਆ ਕੋਈ ਪੈਸੇ ਕਢਵਾਉਂਦੇ ਵੀ ਨੇ ਲੋਕੀ। ਹਾਂਜੀ ਉਹ ਮੈਂ ਵੀਡੀਓ ਕਰ ਦਿੰਨਾ। ਅੱਛਾ ਗੱਲ ਤਾਂ ਸੁਣਨਾ, ਜੀ ਉਹ ਇਹ ਵੇ ਕਿ ਮੈਂ ਤੇ ਲੋਕਾਂ ਨੂੰ ਗਿਫਟ ਕਰੀ ਜਾਂਦਾ ਵਾ, ਯਾਨੀ ਉਹਦੇ ਨਾਲ ਇਹ ਵੇ ਕਿ ਤੁਹਾਡੇ ਵਰਗੇ ਕਿਸੇ ਨੇ ਦੱਸਿਆ ਸੀ ਕਿ ਇਹਦੇ ਨਾਲ ਆਈਡੀ ਤੁਹਾਡੀ ਮਜ਼ਬੂਤ ਹੁੰਦੀ ਹੈ। ਤੁਸੀਂ ਕਿਸੇ ਨੂੰ ਅਗਰ ਗਿਫਟਿੰਗ ਕਰਦੇ ਹੋ ਨਾ ਤੇ ਉਹ ਮੇਰਾ ਪਤਾ ਨਹੀਂ 15-16 ਤੇ ਪਹੁੰਚ ਗਿਆ। ਇੱਕ ਮਿੰਟ ਹੁਣੇ ਵੇਖ ਲੈਂਦੇ ਆ। 15 ਤੇ ਇਹ ਆਈਡੀ ਪਹੁੰਚ ਗਈ ਹੈ, ਗ੍ਰੇਡ 15। ਤੇ ਇਹ ਗਿਫਟਿੰਗ ਦੇ ਜ਼ਰੀਏ ਹੁੰਦਾ ਹੈ। ਇਹ ਵੇਖ ਨਾ, ਤੇਰੇ ਉੱਤੇ ਆ ਰਿਹਾ 18 ਹੈ। ਇਹ ਮੇਰੀ 11ਵੀਂ ਆਈਡੀ ਹੈ ਨਾ। ਅੱਛਾ 18 ਤੱਕ ਪਹੁੰਚਣ ਵਾਸਤੇ ਉਹੀ ਗਿਫਟਿੰਗ ਕਰਨੀ ਪਏਗੀ ਨਾ। ਹਾਂਜੀ ਮੇਰੀ ਇੱਕ ਆਈਡੀ ਸੀ ਜਿਹੜੀ ਮਿਰਜ਼ਈਆ ਨੇ ਸਭ ਤੋਂ ਪਹਿਲਾਂ ਬੈਨ ਕਰਵਾਈ ਸੀ ਨਾ, ਉਹਦਾ ਯਾਨੀ ਕਿ 3 ਮਿਲੀਅਨ ਜਿਹੜਾ ਸੀ ਨਾ ਉਹ ਹੈ ਸੀ। ਅੱਛਾ ਤੇ ਅੱਲਾ ਮਾਫ ਕਰੇ, ਚਲੋ ਤੁਸੀਂ ਗੱਲ ਕੀਤੀ ਹੈ। ਉਹ ਪਹਿਲਾਂ ਨਾ ਅਸੀਂ ਥੋੜੀ ਬਹੁਤੀ ਨਾ ਗਿਫਟਿੰਗ ਕਰਨੇ ਹੁੰਦੇ ਹਾਂ ਤੇ ਉਹ ਹੈ ਜਿਹੜੇ ਪੀਕੇ ਨਹੀਂ ਲੱਗਦੇ ਹੁੰਦੇ, ਉਹ ਉੱਥੇ ਗਿਫਟਿੰਗ ਕਰੀਦੀ ਹੁੰਦੀ ਸੀ। ਇਹ ਪਤਲੂਨੀ ਤੇ ਇਹ ਹੈ ਜਿਹੜੇ ਅੱਜ ਕੱਲ ਬੈਠੇ ਦੇ ਨਾ ਇੱਥੇ। ਅੱਛਾ ਤੇ ਉਹ ਫਿਰ ਉਸ ਤੋਂ ਬਾਅਦ ਜਦੋਂ ਇਹ ਕੰਮ ਚ ਪੇਸ਼ ਆ ਤਕਰੀਬਨ 6-6.5 ਸਾਲ ਹੋ ਗਏ ਨੇ, ਫਿਰ ਉਸ ਤੋਂ ਬਾਅਦ ਨਹੀਂ ਕੀਤੀ ਹੈਗੀ। ਇਹੀ ਹੈ ਕਿ ਆਪਣੇ ਬੰਦਿਆਂ ਨੇ ਉਹ ਤੇ ਜੁਆ ਖੇਡਦੇ ਨੇ ਨਾ ਗਾਲਬਨ, ਉਹ ਜੁਆ ਹੈ। ਨਹੀਂ ਉਹ ਉਹਨਾਂ ਦਾ ਜਵਾਰੀ ਨੇ, ਉਹ ਜਵਾਰੀ ਨੇ ਬੜੇ ਇੰਟਰਨੈਸ਼ਨਲ ਸਤ੍ਹਾ ਦੇ ਵੱਡੇ। ਹਾਂਜੀ ਉਹਨਾਂ ਦਾ ਇਹ ਵੇ ਕਿ ਉਹ ਇੱਕ ਕਾਰਡ ਹੁੰਦਾ ਵੇ, ਯਾਨੀ ਅਮਰੀਕਾ ਦਾ ਜਿਹਾ ਡੈਬਿਟ ਕਾਰਡ। ਸਾਰਾ ਉਹ ਸਿਸਟਮ ਸਾਰੇ ਦਾ ਪਤਾ ਹੈ ਮੈਨੂੰ, ਉਹ ਛੱਡ ਦਿਓ, ਛੱਡੋ। ਜੁਆ ਬੜਾ ਵੱਡਾ ਜੁਆ ਹੈ, ਉਹ ਵੱਡੀ ਸਤ੍ਹਾ ਦਾ ਜੁਆ ਖੇਡਿਆ ਜਾਂਦਾ। ਬਿਲਕੁਲ ਬਿਲਕੁਲ ਨਹੀਂ, ਪਰ ਜਿਹੜਾ ਅਸੀਂ ਖੇਡਿਆ ਸੀ ਉਹ ਅਸੀਂ ਪੱਲੇ ਲਾਏ ਸੀ। ਉਹ ਤੁਹਾਨੂੰ ਨਹੀਂ ਪਤਾ, ਉਹਦੇ ਚ ਬੜੇ ਰਾਜ਼ ਨੇ, ਬੜਾ ਕੁਝ ਹੁੰਦਾ ਵੇ, ਬੜੇ ਹਿਸਾਬ ਕਿਤਾਬ ਨੇ। ਇਹ ਬੜੀ ਵੱਡੀ ਸਤ੍ਹਾ ਦਾ ਜੂਆ ਖੇਡਿਆ ਜਾਂਦਾ। ਅਸਲ ਚ ਉਹਦੇ ਚ 2 ਬੰਦੇ ਜਿਹੜੇ ਬੈਠ ਕੇ ਪੀਕੇ ਖੇਡ ਰਹੇ ਹੁੰਦੇ ਨੇ ਨਾ, ਮੈਚ ਖੇਡ ਰਹੇ ਹੁੰਦੇ ਨੇ, ਤੇ ਇੱਕ ਤੀਸਰਾ ਬੰਦਾ ਪਿੱਛੇ ਹੁੰਦਾ ਹੈ ਬੈਕ ਤੇ। ਜੂਆ ਅਸਲ ਚ ਉਹ ਖੇਡ ਰਹੇ ਹੁੰਦੇ ਨੇ, ਉਹ ਪਿੱਛੇ ਬੜੇ ਹੀ ਹੁੰਦੇ ਨੇ, ਉਹ ਬੜੇ ਹੀ ਹੁੰਦੇ ਨੇ। ਉਹ ਫਿਰ ਇੰਝ ਹੁੰਦਾ ਵੇ, ਮਿਸਾਲ ਹੈ ਇਸ ਕਮਰੇ ਦੇ ਵਿੱਚ 2 ਜੁਆਰੀ ਬੈਠੇ ਨੇ, ਉਹ ਇੱਕ ਪੀਕੇ ਨੂੰ ਖੋਲ ਲੈਣਗੇ। ਇੱਕ ਜੁਆਰੀ ਕਹਿੰਦਾ ਹੈ ਕਿ ਯਾਰ ਇਹ ਪਤਲੂ ਜਿਹੜਾ ਵੇ ਇਹ ਜਿੱਤੇਗਾ, ਦੂਸਰਾ ਕਹੇਗਾ ਕਿ ਉਹਦੇ ਨਾਲ ਜਿਹੜਾ ਯੂਸਫ ਆਇਆ ਉਹ ਜਿੱਤੇਗਾ। ਇਹ ਆਂਦਾ ਕਿ ਭਾਈ 1 ਕਰੋੜ ਰੁਪਏ ਦੀ ਲੱਗ ਗਈ ਜੀ, ਕਰੋੜ ਰੁਪਏ ਦੀ। ਹਾਲਾਂਕਿ ਖੇਡ ਹੋ ਰਹੇ ਨੇ, ਇਹਨਾਂ ਨੇ ਇੱਧਰ ਆਪਣੇ ਕਮਰੇ ਚ ਲਾ ਲਈਏ ਕਰੋੜ ਰੁਪਏ ਦੀ ਜੁਆਰੀਆਂ ਨੇ। ਉਹ ਇਹ ਵੇ ਕਿ ਫਿਰ ਇਹਨਾਂ ਨੇ ਕੀ ਕਰਨਾ ਹੁੰਦਾ, ਵੱਡੇ ਜੁਆਰੀ ਹੁੰਦੇ ਨੇ ਇਹ, ਫਿਰ ਇਹਨਾਂ ਨੇ ਆਪਣੇ ਬੰਦੇ ਛੱਡੇ ਹੁੰਦੇ ਨੇ, ਉਹ ਫਿਰ ਗਿਫਟਿੰਗ ਕਰਦੇ ਨੇ।
ਉਹਨੂੰ ਜਿਤਾਉਣ ਦੀ ਕੋਸ਼ਿਸ਼ ਕਰਦੇ ਕਿਉਂਕਿ ਇਧਰੋਂ 1 ਕਰੋੜ ਰੁਪਇਆ ਲੈਣਾ ਸੁਣ ਇਧਰੋਂ ਵੱਡਾ ਜੂਆ ਲੱਗਾ ਹੈ ਸਮਝ ਆਈ ਕਿ ਨਹੀਂ ਫਿਰ ਇਹਨਾਂ ਦੀ ਅੰਡਰਸਟੈਂਡਿੰਗ ਹੁੰਦੀ ਏ ਇਹ ਪਤਲੂ ਨਾਲ ਜਾਂ ਯੂਸਫ ਜਾਂ ਵੱਡੇ ਵੱਡੇ ਪੀਕੇ ਆ ਜਿਹੜੇ ਖੇਡਦੇ ਨੇ ਇਹਨਾਂ ਨਾਲ ਅੰਡਰਸਟੈਂਡਿੰਗ ਹੁੰਦੀ ਕਿ ਭਈਆ ਤੈਨੂੰ ਅਸੀਂ ਕਰਜ਼ ਦਿੰਦੇ ਆ ਪੇ ਵਾਪਸ ਲੁਟਾਣਾ ਹੀ ਇਹਦੇ ਵਿੱਚੋਂ ਅਗਰ ਲੱਖ ਰੁਪਇਆ ਤੈਨੂੰ ਭੇਜਾਂਗੇ ਗਿਫਟਿੰਗ ਇਹਦੇ ਚ 10,000 ਤੇ ਰਹੀ ਤੇ 90 ਸਾਨੂੰ ਵਾਪਸ ਕਰਨੇ ਇਹ ਗੇਮ ਹੈ ਵੇ ਗੇਮ ਇਹ ਹੁੰਦੀ ਹੈ ਬੜੀ ਵੱਡੀ ਸਤ੍ਹਾ ਦੀ ਗੇਮ ਹੁੰਦੀ ਏ ਆਮ ਬੰਦੇ ਦੀ ਸੋਚ ਵਿੱਚ ਨਹੀਂ ਉਹਦੇ ਵਿੱਚ ਇੱਕ ਇਹ ਵੀ ਹੁੰਦੀ ਹੈ ਕਿ ਜਿਹੜੇ ਪਿੱਛੇ ਬੈਠੇ ਹੁੰਦੇ ਨੇ ਨਾ ਜਿਹੜੇ ਗਿਫਟਰ ਨੇ ਜਿਹੜੇ ਜ਼ਿਆਦਾ ਜਿਹੜੇ ਗਿਫਟਰ ਹੁੰਦੇ ਨੇ ਨਾ ਅਮਰੀਕਾ ਕੈਨੇਡਾ ਖਾਸ ਕਰਕੇ ਇਹ ਬੜੇ ਵੱਡੇ ਜੁਆਰੀ ਨੇ ਕੀ ਇਹਨੂੰ ਆਖੀਦਾ ਡੈਬਿਟ ਕਾਰਡ ਜਿਹੜੇ ਹੁੰਦੇ ਨੇ ਨਾ ਇਹਦੇ ਵਿੱਚ ਉਹ ਇਹ ਲੈਂਦੇ ਨੇ ਗਿਫਟਿੰਗ ਕਢਾਉਂਦੇ ਨੇ ਠੀਕ ਹੈ ਗਿਫਟਿੰਗ ਕਢਾ ਕੇ ਤੇ ਅਗਲੇ ਬੰਦੇ ਨੂੰ ਉਸੇ ਟਾਈਮ ਸ਼ੇਅਰ ਮਾਰਦੇ ਨੇ ਠੀਕ ਹੈ ਤੇ ਬਾਅਦ ਚ ਉਸੇ ਟਾਈਮ ਬੈਂਕ ਵਾਲਿਆਂ ਨੂੰ ਫੋਨ ਕਰਕੇ ਕਹਿੰਦੇ ਨੇ ਕਿ ਮੈਨੂੰ ਈਮੇਲ ਜਾਂ ਮੈਨੂੰ ਇਹ ਆਇਆ ਤੇ ਮੇਰੇ ਇੰਨੇ ਹਜ਼ਾਰ ਮੇਰੇ ਇੰਨੇ ਲੱਖ ਜਿਹੜਾ ਨਾ ਵਿੱਚੋਂ ਨਿਕਲ ਗਿਆ ਉਹ ਜਿਹੜੇ ਬੈਂਕ ਵਾਲੇ ਹੁੰਦੇ ਨੇ ਜੀ ਉਹ ਜਿਹੜੇ ਬੈਂਕ ਵਾਲੇ ਹੁੰਦੇ ਨੇ ਕਿਉਂਕਿ ਬੈਂਕ ਵਾਲਿਆਂ ਨੇ ਤੇ ਆਪਣਾ ਇਤਮਾਦ ਰੱਖਣਾ ਹੁੰਦਾ ਉਹ ਬੈਂਕ ਵਾਲੇ ਕੀ ਕਰਦੇ ਨੇ ਬੈਂਕ ਵਾਲੇ ਜਿਹੜਾ ਇਹਨਾਂ ਨਾ ਉਸੇ ਟਾਈਮ ਹੀ ਉਹਦੇ ਅਕਾਊਂਟ ਦੇ ਵਿੱਚ ਉਹਨਾਂ ਹੀ ਪੈਸਾ ਦੁਬਾਰਾ ਟ੍ਰਾਂਸਫਰ ਕਰ ਦਿੰਦੇ ਨੇ ਤੇ ਜਿਹੜਾ ਇਹਨਾਂ ਨੇ ਸੈਂਡ ਕੀਤਾ ਹੁੰਦਾ ਨਾ ਅਗਲਿਆਂ ਨੂੰ ਤੇ ਉਹੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹ ਡਾਇਰੈਕਟ ਗੱਲ ਹੋਈ ਹੁੰਦੀ ਹੈ ਕਿ ਭਾਈ ਇਹਨੇ ਤੇ ਤੂੰ ਇੱਕ ਗੱਲ ਦੱਸ ਰਿਹਾ ਬੜੇ ਅੰਦਰ ਖਾਨੇ ਬਹੁਤ ਕੁਝ ਚੱਲਦਾ ਹੈ ਬੜੀ ਵੱਡੀ ਸਤ੍ਹਾ ਦਾ ਜੂਆ ਹੁੰਦਾ ਹੈ ਨੋਟਾਂ ਦਾ ਲੈਣ ਦੇਣ अस्सलाम वालेकुम मुफ्ती साहब एक मसला होर जे ना मैं IT ਦੇ ਵਿੱਚ ਹੈਗਾ ਨਾ ਥੋੜੀ ਜਿਹੀ ਸੀ ਨੌਲੇਜ ਹੈਗੀ ਜਿਹੜੇ ਕਾਰਡ ਚੋਰੀ ਹੁੰਦੇ ਨਾ ਜਿਹੜਾ ਡਾਟਾ ਚੋਰੀ ਹੁੰਦਾ ਮੋਬਾਈਲਾਂ ਚਲਾ ਕੇ ਨਾ ਉਹ ਕਾਰਡ ਖਾਲੀ ਕਰਦੇ ਨੇ ਉਹ ਸਕੈਮਿੰਗ ਵੀ ਹੋ ਰਹੀ ਹੈ ਉਹ ਅੱਲਾ ਮਾਫ ਕਰੇ ਵੇਖੋ ਨਾ ਜੀ ਉਹੀ ਚੱਲ ਰਿਹਾ ਨਾ ਇੱਕ ਸ਼ੈਤਾਨੀ ਔਰ ਦਜਾਲੀ ਖੇਡ ਇੱਕ ਤੇ ਅੱਲਾ ਮਾਫ ਕਰੇ ਉਹ ਵੇਖੋ ਉਹ ਕੁਰਾਨ ਨੇ ਵੀ ਕਿਹਾ ਸੀ ਅੱਲਾ ਦਾ ਵਾਅਦਾ ਹੈ ਕਿ ਲਈਸਾ ਲਿਲ ਇਨਸਾਨ ਇਲਾ ਮਾ ਸਾ ਜਿਹੜਾ ਇਨਸਾਨ ਜਿਹਦੀ ਕੋਸ਼ਿਸ਼ ਕਰਦਾ ਹੈ ਉਹ ਉਹਨੂੰ ਲੱਭ ਜਾਂਦਾ ਹੈ ਵੇਖੋ ਬੁਰਾਈ ਦੀ ਕੋਸ਼ਿਸ਼ ਕਰੋਗੇ ਬੁਰਾਈ ਲੱਭ ਜਾਏਗੀ ਬੁਰਾਈ ਆਸਾਨ ਹੈ ਇੱਕ ਬੰਦਾ ਚਾਹੁੰਦਾ ਹੀ ਹੈ ਵੇ ਪਿਆ ਇਨਸਾਨ ਕਿ ਉਹਨੂੰ ਲੋਕਾਂ ਦਾ ਪੈਸਾ ਹੱਥਿਆ ਹੈ ਕਿਸੇ ਤਰੀਕੇ ਉਹਨੂੰ ਅੱਲਾ ਦੇ ਦੇਗਾ ਉਹ ਹਲਾਲੋ ਹਰਾਮ ਦੀ ਤਮੀਜ਼ ਉਹਨੂੰ ਕੋਈ ਨਹੀਂ ਉਹ ਆਂਦਾ ਬਸ ਪੈਸਾ ਹੋਣਾ ਚਾਹੀਦਾ ਇੰਜ ਹੀ ਵੇਖੋ ਜਿਹੜਾ ਕੁੜੀਆਂ ਛੁੜੀਆਂ ਤਾੜਦੇ ਨੇ ਜ਼ਨਾਕਾਰੀ ਕੋਈ ਕਰਨਾ ਚਾਹੁੰਦਾ ਹੈ ਤੇ ਉਹਦੇ ਰਸਤੇ ਇੰਜ ਖੁੱਲਦੇ ਨੇ ਜ਼ਨਾ ਉਹਦੇ ਕਰੀਬ ਇੰਜ ਕਰਕੇ ਆ ਜਾਂਦਾ ਹੈ ਉਹ ਜਿੰਨੀਆਂ ਮਰਦਾ ਜ਼ਨਾਕਾਰੀ ਕਰੇ ਉਹਦੇ ਰਸਤੇ ਖੁੱਲ ਸ਼ਰਾਬ ਕੋਈ ਪੀਣਾ ਚਾਹੁੰਦਾ ਸ਼ਰਾਬ ਉਹ ਰਸਤੇ ਉਹਦੇ ਖੁੱਲ ਜਾਣਗੇ ਆਸਾਨ ਹੋ ਜਾਣਗੇ ਤੇ ਇੰਜ ਕੋਈ ਨੇਕ ਬਣਨਾ ਚਾਹੁੰਦਾ ਹੈ ਕੋਈ ਨਮਾਜ਼ੀ ਬਣਨਾ ਚਾਹੁੰਦਾ ਹੈ ਕੋਸ਼ਿਸ਼ ਕਰਦਾ ਹੈ ਨਮਾਜ਼ੀ ਬਣ ਜਾਏਗਾ ਕੋਈ ਮੁੱਤਕੀ ਪਰਹੇਜ਼ਗਾਰ ਬਣਨਾ ਚਾਹੁੰਦਾ ਹੈ ਕੋਸ਼ਿਸ਼ ਕਰਦਾ ਹੈ ਉਹ ਬਣ ਜਾਏਗਾ ਅੱਲਾ ਦਾ ਵਲੀ ਬਣਨਾ ਚਾਹੁੰਦਾ ਹੈ ਉਹਦੀ ਕੋਸ਼ਿਸ਼ ਕਰੇਗਾ ਅੱਲਾ ਦਾ ਵਲੀ ਬਣ ਜਾਏਗਾ ਹਜ਼ੂਰ अलैहिस्सलाम ਦੀ ਜ਼ਿਆਰਤ ਕੋਈ ਕਰਨਾ ਚਾਹੁੰਦਾ ਹੈ ਕੋਸ਼ਿਸ਼ ਕਰੇਗਾ ਜ਼ਿਆਰਤ ਕਰ ਲੇਗਾ ਤੇ ਉਹ ਅੱਲਾ ਦਾ ਵਾਅਦਾ ਸੀ ਕਿ ਲਾ ਤੁਖਲਿਫੁਲ ਮਿਆਦ ਅੱਲਾ ਕਹਿੰਦਾ ਮੈਂ ਜਿਹੜੇ ਵਾਅਦਾ ਕਰਨਾ ਮੈਂ ਉਹਦੇ ਖਿਲਾਫ ਨਹੀਂ ਕਰਦਾ ਉਹ ਪੂਰੇ ਕਰਨਾ ਹੀ ਕਰਨਾ ਇਨਸਾਨ ਜਿਹਦੀ ਕੋਸ਼ਿਸ਼ ਕਰਦਾ ਉਹਨੂੰ ਚੀਜ਼ ਮਿਲ ਜਾਂਦੀ अच्छाई की कोशिश करेगा अच्छाई मिल जाएगी बुराई की कोशिश करेगा बुराई मिल जाएगी समझ आई कि नहीं कोशिश करन दे नाल ए देखो ना फॉर एग्जांपल ए रिसाले में लिखे कोशिश कीती है ना कोशिश कीती है ते मैनू उस रिसाले दा मवाद अल्लाह ने अता कीता ए जेडे लफ्ज ने लफ्ज अल्लाह ने अता कीते समझ आई जी जी कोशिश दे नाल कोशिश जिदी करोगे जिंदी करोगे उंजदा तुहानू मिल जाए कोशिश दे नाल समझ आई कि नहीं ते कोशिश तुहानू कम अज कम करदियां रहना चाहिए है हुण वेखो ना फॉर एग्जांपल हबीब साहब ने वो डॉक्टर होली स्पीड दे बारे एक कोशिश कर रहे ने ए कामयाब हो जाएंगे अगर लगे रहे मेहनत कोशिश करते रहे कामयाब हो जाएंगे गल है भी सानू कोशिश का हुक्म है कि कोशिश करते रहो सही करते रहो ते जिन्ना तक कोशिश नहीं करोगे मिलेगा कुछ नहीं देखो ना स्कूल कॉलेज दे विच जेडे बच्चे अच्छे नंबरां तो पास हुंदे ने वो कोशिश करते ने मेहनत करते ने अल्लाह उन्हां नूं कर दिंदा जेडे बच्चे मेहनत नहीं करते जेडे बच्चे जिवें फजूलियात दे विच वो फेल हो जांदे या कोई उन्हां दी एक पेपर चों फेल हो जाणगे दो पेपरां चों फेल हो जाणगे क्योंकि उन्हां ने कोशिश नहीं सी कीती ਉਹ ਇਹ ਗੱਲ ਹੈ ਤੇ ਸਾਨੂੰ ਅੱਛੇ ਕੰਮਾਂ ਦੇ ਵਿੱਚ ਕੋਸ਼ਿਸ਼ ਲਾਜ਼ਮੀ ਕਰਨੀ ਚਾਹੀਦੀ
ਇੰਜ ਹੀ ਤੁਸੀਂ ਵੇਖੋ ਜਿਹੜੇ ਰਿਜ਼ਕੇ ਹਲਾਲ ਦੀ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦਾ ਰਿਜ਼ਕ ਵੱਧ ਜਾਏ, ਤੇ ਅੱਲਾਹ ਪਾਕ ਉਹਨਾਂ ਦਾ ਰਿਜ਼ਕ ਹਲਾਲ ਵਧਾ ਦਿੰਦਾ ਹੈ, ਕਿਉਂਕਿ ਉਹਨਾਂ ਨੇ ਕੋਸ਼ਿਸ਼ ਕੀਤੀ ਹੁੰਦੀ ਹੈ ਨਾ। ਤੇ ਇੱਕ ਬੰਦੇ ਦਾ ਦਾਇਰਾ ਕਾਰ ਹੀ ਛੋਟਾ ਜਿਹਾ ਦਾਇਰਾ ਕਾਰ ਹੈ ਕਿ ਮੈਂ ਸਿਰਫ ਇੱਕ ਰੇਹੜੀ ਲਾਣੀ ਹੈ ਜੀ, ਪੂਰੀ ਜ਼ਿੰਦਗੀ ਰੇਹੜੀ ਹੀ ਲਾਣੀ, ਉਸ ਕੋਸ਼ਿਸ਼ ਚੋਂ ਕਾਮਯਾਬ ਹੋ ਜਾਂਦਾ ਹੈ, ਉਹ ਪੂਰੀ ਜ਼ਿੰਦਗੀ ਫਿਰ ਰੇਹੜੀ ਹੀ ਲਾਉਂਦਾ ਰਹਿੰਦਾ। ਤੇ ਜੇ ਉਹਨੇ ਫੈਕਟਰੀ ਦਾ ਕੋਈ ਜ਼ੇਨ ਬਣਾਇਆ ਸੀ ਕਿ ਮੈਂ ਨਹੀਂ ਫੈਕਟਰੀ ਬਣਾਵਾਂਗਾ ਇੱਕ, ਉਹ ਪੂਰੀ ਜ਼ਿੰਦਗੀ ਉਹਦੀ ਕੋਸ਼ਿਸ਼ ਕਰਦਾ ਹੈ, ਕਾਮਯਾਬ ਹੋ ਜਾਂਦਾ। ਤੇ ਆਪਣੀ ਸੋਚ ਵੱਡੀ ਰੱਖੀ ਜਾਏ, ਇਰਾਦੇ ਵੱਡੇ ਰੱਖੇ ਜਾਣ, ਤੇ ਉਹਦੇ ਉੱਤੇ ਫਿਰ ਬੰਦਾ ਕੋਸ਼ਿਸ਼ ਕਰੇ ਤੇ ਅੱਲਾਹ ਤਾਲਾ ਜ਼ਰੂਰ ਕਾਮਯਾਬੀ ਅਤਾ ਫਰਮਾਉਂਦਾ ਹੈ। ਨੀयत ਸਾਫ਼ ਰੱਖੀ ਜਾਏ, ਨੀयत ਦੇ ਵਿੱਚ ਕੋਈ ਖੋਟ ਨਹੀਂ ਹੋਣਾ ਚਾਹੀਦਾ, इखलास होना चाहिए, लगे रहो इस प्रोग्राम में शरीक मेहमान और कॉल करने वालों की आरा, मौक़िफ़ और ख़यालात उनके अपने और ज़रूरी नहीं कि वो हमारे चैनल और टीम के ख़यालात, आरा और मौक़िफ़ की अक्कासी करें। हम किसी दूसरे फ़र्द की आरा और मौक़िफ़ के ज़िम्मेदार नहीं।